लिखिया उत्थे जेड़ा लवातत भी करवांदा वा ते ज़िना भी करदा वा ते कदी औरत बन जांदा ते कदी मर्द बन जांदा। ऐ ने ओ जेड़े खुदा दे बारे कहंदे ने कि खुदा ने औरत दे नाल नौज़ुबिल्लाह रजूलियत दा इज़हार कीता। समझने वाले समझ लें। मिर्जा गुलाम कादियानी औरत बनिया सी ते कहंदा मेरे खुदा ने मेरे नाल रजूलियत कीती है। ऐ ने ओ लूती ते रजूली। अगे चलो जी जरा अगला वाला तुहानूं दसदे। इत्थे होई जी रजूलियत ते रजूलियत होने तो बाद मिर्जा साहब नूं हमल हो गया। एक मिनट जरा सब खैर है ना जेड़ा ओनू आख पुत्तर तेरे नालों ते ए दलेर ने जेड़े टिकटॉक ते ने तू ते इन्हां नाल भी गया गुजरिया निकलिया तू ते 5 मिनट नहीं तैयार सुल दे कड्डे हन ते शर्मो कोई गैरत करो तुहाडे च इन्नी गैरत नहीं है कि तुसीं आंदे हो बई आ साडे वड्डे मनाज़र ने तुहाडे सामने नबी अलैहिस्सलातु वस्सलाम नूं गालां कड्डण लगे ने बकवास करन लगे ने तुहाडे च किसे च भी गैरत नहीं है किसे च भी या नहीं है कि असीं इन्हां ते लानत पाईए इन्हां दी जान इन्हां तों जान छड़ाईए ए लानती जेड़े नबियां नूं गालां कड्डण वाले ने ए तुहाडे रहबर ने इन्हां दे बारे पे आंदे आ साडा मुरब्बी ए बुलांदा पिया ओनू आख बई एक बारी टाइम तय कर ले 2 मिनट 5 मिनट 3 मिनट 10 मिनट जो ओदा दिल टाइम ओदी मर्जी दा लेकिन उस टाइम च ओदे च असीं नहीं बोलन लगे जो हरामजादगी ओनू आंदी ओ करके वेख लवे ते जे साडा सहज है ना ते साडा प्यो ही लगे ए मरजाइयां च इन्नी ताकत पुत्तर नहीं है इन्हां नूं असां जमाया मैं 13 मिनट सिर्फ गल कीती 4.5 घंटे बोलिया सी ए जेड़ा हुण भौंकण लगे ना टाऊं 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 ਇਹਦੇ ਮਿਰਜ਼ੇ ਨੇ ਲਿਖਿਆ ਜਾਜ਼ੇ ਅਹਿਮਦੀ ਕੁੱਤੇ की तरह ਵਾਉ 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 ਕਰਤਾ ਹੈ ਐ ਹੁਣ ਉਹ ਲੱਗਿਆ ਕਰਨ ਉੱਤੇ ਨਬੀਆਂ ਦੇ ਭੌਂਕਣ ਵਾਲਾ ਇਹਨਾਂ ਨੂੰ ਆਖੋ ਮੈਸੇਜ ਦਿਓ ਵੀ ਜੇ ਲੱਤਾਂ ਦੇ ਭਾਰ ਪਾ ਸਕਦੇ ਹੋ ਤੇ ਜਿਹੜੇ ਪਿਓ ਨੂੰ ਮਰਜ਼ੀ ਚੁੱਕ ਲਓ ਟਾਈਮ ਰੱਖ ਲਓ ਉਹ ਤੁਹਾਡੇ ਟਾਈਮ 'ਚ ਅਸੀਂ ਨਹੀਂ ਬੋਲਣ ਲੱਗੇ ਤੇ ਸਾਡੇ ਟਾਈਮ ਤੁਸੀਂ ਨਹੀਂ ਬੋਲਣਾ ਤੇ ਵੇਖ ਲੈਣੇ ਕਿਹਦੀ ਜ਼ਬਾਨ 'ਚ ਬਹੁਤੀ ਚਾਸ਼ਨੀ ਹੈ ਕਿਹਦੇ ਨਾਲ ਕੰਨਾਂ ਨੂੰ ਹਲਾਵਤ ਪਹੁੰਚਦੀ ਹੈ ਹਿੰਮਤ ਕਰੋ ਭਲਾ ਜ਼ਿਆਰ ਸੁਲ ਜੂ ਹੀ 2 ਫਿਕਰੇ ਬੋਲਦਾ ਤੁਸੀਂ ਉਹਨੂੰ ਚੁੱਕ ਕੇ ਥੱਲੇ ਮਾਰਿਆ ਤੇ ਆਪੂ 4 ਮਰਜ਼ਈ ਰਲ ਕੇ ਕੋੜੇ ਦੇ ਪੁੱਤਰੋ ਤੁਹਾਨੂੰ ਜ਼ਨਾਨੀਆਂ 4 ਮੰਨਾ ਉੱਥੇ ਲੱਜਣਾ ਅੱਲਾ ਦੀ ਕਸਮ ਤੁਹਾਡੇ ਨਾਲ ਚੰਗੀ ਤਬਲੀਗ ਕਰ ਲੈਣਗੀਆਂ ਜਿਹੋ ਜੇ ਮੁਖੰਨਸ ਤੁਸਾਂ ਬਾਹੜੇ ਨੇ 3-4 ਇੱਥੇ ਇਹਨਾਂ ਨਾਲੋਂ ਤੇ ਜ਼ਨਾਨੀਆਂ ਲੈ ਆਵੋ ਲੱਜਣਾ ਜਿਹੜੀ ਅਗਲੇ ਦਿਨ ਡਰਾਮਾ ਨਹੀਂ ਸੀ ਕਰਨ ਲੱਗੀ ਮੈਂ ਮੁਸਲਮਾਨ ਆ ਮੈਂ ਅਹਿਮਦੀ ਹੋਣੇ ਜਾ ਰਹੀ ਇੰਜ ਦੀਆਂ ਅੱਗੇ ਲੈ ਆਵੋ ਉਹ ਬਿਹਤਰ ਕਰ ਲੈਣਗੇ ਕਿਉਂਕਿ ਕਮ ਅਜ਼ ਕਮ ਉਹ ਨਬੀ ਪਾਕ ਨੂੰ ਗਾਲਾਂ ਨਹੀਂ ਕੱਢਣ ਲੱਗੀਆਂ ਹਨ ਜਿਹੜੀਆਂ ਹਰਾਮਜ਼ਾਦਗੀਆਂ ਇਹ ਪੇ ਕਰਦੇ ਨੇ ਰੋਜ਼ ਇਹਨਾਂ ਨਾਲ ਜੋ ਔਰਤਾਂ ਬਿਹਤਰ ਨੇ ਉਹਨਾਂ ਨੂੰ ਅੱਗੇ ਲੈ ਆਵੋ ਇਹਨਾਂ ਨੂੰ ਲੈ ਜਾਓ ਪਰ ਇਹ ਫਾਰਗ ਹੋ ਗਏ ਨੇ 4 ਮਿਰਜ਼ਾਈ ਰਲ ਕੇ ਇੱਕ ਜ਼ਿਆਰ ਰਸੂਲ ਦਾ 4 ਮਿੰਟ ਮੁਕਾਬਲਾ ਨਹੀਂ ਕਰ ਸਕੇ 4 ਮਿੰਟ ਤੋਂ ਪਹਿਲਾਂ ਉਹਨਾਂ ਥੱਲੇ ਲਾਤਾ ਨਹੀਂ ਸਾਡੇ ਸਵਾਲਾਂ ਦੇ ਤੂੰ ਜਵਾਬ ਦੇਣਾ ਮੈਂ ਗੱਡੀ ਚਲਾਉਂਦਾ ਕੱਲਾ ਹੀ ਹੱਸਦਾ ਪਿਆ ਕਹਿੰਦਾ ਤੂੰ ਸਿਰਫ ਸਾਡੇ ਸਵਾਲਾਂ ਦਾ ਜਵਾਬ ਦੇਣਾ ਤੂੰ ਨਹੀਂ ਕੋਈ ਸਵਾਲ ਕਰਨਾ ਡੁੱਬ ਕੇ ਮਰ ਜਾਓ ਬੇਟਾ ਮੈਂ ਤੁਹਾਡੀ ਪਦਾਇਸ਼ ਤੇ ਬੇਸ਼ੋਰ ਤੇ ਹੋ ਇਹ ਕੌਮ ਹੈ ਜਿਹੜੀ ਆਂਦੀ ਅਸੀਂ ਦੁਨੀਆ ਦੇ 214 ਮੁਲਕਾਂ 'ਚ ਫੈਲ ਕੇ ਕਿਹਨੂੰ ਫੁੱਦੂ ਲਾਉਂਦੇ ਹੋ ਕਿਹਨੂੰ ਧੋਖਾ ਦਿੰਦੇ ਹੋ ਇਹਨਾਂ ਨੂੰ ਧੋਖਾ ਦਿਓ ਇਹ ਜਿਹੜੀਆਂ ਅੰਡੇ ਦੇਣ ਵਾਲੀਆਂ ਮੁਰਗੀਆਂ ਨੇ ਨਾ ਜਿਨ੍ਹਾਂ ਕੋਲੋਂ 200 ਦੀ ਪਰਚੀ ਜਿਹੜੇ ਬਣਵਾਉਂਦੇ ਨੇ ਉੱਲੂ ਦੇ ਪੱਠੇ 15 ਤਰੀਕ ਤੋਂ ਪਹਿਲਾਂ ਇਹਨਾਂ ਨੂੰ ਦੱਸੋ ਅਸੀਂ 214 ਮੁਲਕਾਂ 'ਚ ਫੈਲ ਗਏ ਕੋਈ ਮੌਲਵੀ ਸਾਡਾ ਸਾਹਮਣਾ ਨਹੀਂ ਕਰ ਸਕਦਾ ਜਿੰਨੇ ਇਹ ਬਰਾੜ ਜਿਹੀ ਨਹੀਂ ਵੀ ਸਕੀ ਨਾ ਜਾਓ ਜਾ ਕੇ ਹੁਣ ਰਿਕਾਰਡਿੰਗ ਹੋਣ ਲੱਗੀ ਹੈ ਕੱਢ ਕੇ ਉੱਥੇ ਤੱਕ ਲਓ ਉੱਥੇ ਉਹ ਮੀਰ ਸਲੀਮ 1 ਉਹ ਬੱਟ 2 ਤੇ ਰਜ਼ੀ 3 ਮਰਜ਼ਾਈ ਨੇ ਤੁਹਾਡੇ ਇੱਕ ਜ਼ਿਆਰ ਰਸੂਲ ਤੇ ਉਹਨੂੰ ਕਹਿੰਦੇ ਨੇ ਤੂੰ ਸਵਾਲ ਨਹੀਂ ਕਰ ਸਕਦਾ ਬੇਸ਼ਰਮ ਤੂੰ ਨਹੀਂ ਸਾਡੇ ਤੇ ਸਵਾਲ ਕਰਨਾ ਅਸੀਂ ਕਾਂਚ ਦੀਆਂ ਚੂੜੀਆਂ ਪਹਿਣੀਆਂ ਨੇ ਬੱਲੇ ਭਾਈ ਮੁਰੱਬੀਓ ਉਹ ਜ਼ਿਆਰ ਰਸੂਲ ਕਿਹੜਾ ਸਵਾਲ ਤੁਹਾਨੂੰ ਕਰਨ ਲੱਗਾ ਕਿ ਤੁਹਾਡੇ ਤੋਂ ਮੌਤ ਵਾਕਿਆ ਹੋ ਚੱਲੀ ਹੈ ਤੁਸੀਂ ਵੀ ਸਵਾਲ ਕਰੋ ਤੇ ਉਹਨੂੰ ਵੀ ਆਖੋ ਵੀ ਲੈ ਵੀ ਤੂੰ ਵੀ ਸਵਾਲ ਕਰ ਲੈ ਕਿਉਂ ਨਹੀਂ ਸਵਾਲ ਅਗਲੇ ਦਾ ਲੈਣ ਦੀ ਹਿੰਮਤ ਪਈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਉਸ ਜ਼ਬਾਨ 'ਚ ਜਵਾਬ ਲੱਭਣਾ ਜਿਹੜੀ ਤੁਸੀਂ ਬਕਵਾਸ ਕਰਨ ਲੱਗੇ ਹੋ ਤੇ ਤੁਹਾਡੀ ਇੱਥੇ ਹਰ ਸ਼ੈ ਗਿੱਲੀ ਹੋ ਜਾਣੀ ਥੱਲੇ ਇਸ ਗੱਲੇ ਤੁਸੀਂ ਚੀਕਾਂ ਮਾਰੀਆਂ ਨੇ ਅਗਰ ਹਿੰਮਤ ਹੈ ਤੇ ਜਾ ਜਿਹੜਾ ਬੰਦਾ ਇੱਥੇ ਥੱਲੇ ਮੈਸੇਜ ਪਿਆ ਲਿਖਦਾ ਸੀ ਉਹਨੂੰ ਆਖ ਅਮਰ ਪਿਆ ਕਹਿੰਦਾ ਵੀ ਟਾਈਮ ਰੱਖ ਲੈ ਇੱਥੇ ਹੁਣੀ ਦੱਸ ਦੇ ਇੱਕ ਆਡੀਓ ਛੋਟੀ ਜਿਹੀ 1 ਮਿੰਟ ਦੀ ਰਿਕਾਰਡ ਕਰਕੇ ਘੱਲ ਦੇ ਕਿ ਬਿਲਕੁਲ ਜਿੰਨਾ ਟਾਈਮ ਸਾਡਾ ਹੋਵੇ ਤਾਂ ਉਨਾ ਹੀ ਤੁਹਾਡਾ ਹੋਵੇ ਬਰਾਡ ਤੁਹਾਡੀ ਸਹੀ ਸਟ੍ਰੀਮ ਯਾਰ ਤੁਹਾਡੀ ਸਹੀ YouTube ਤੁਹਾਡੀ ਸਹੀ ਤੁਹਾਡਾ ਹੀ ਚੈਨਲ ਚੱਲੇਗਾ ਤੇ ਜੇ ਉਹ ਨਹੀਂ ਚੱਲ ਸਕਦਾ ਤੇ ਫਿਰ ਕਾਹਦੇ ਲਈ ਬੁਲਾਉਂਦਾ ਪਿਆ ਉਹਨੂੰ ਆ ਕੇ ਉਹਨਾਂ ਲਜਣਾ ਨੂੰ ਅੱਗੇ ਕਰੋ ਕੋੜੇ ਦੇ ਪੁੱਤਰੋ ਇਹ ਤੁਹਾਡੀਆਂ ਲਜਣਾ ਵੱਲ ਤਬਲੀਗ ਕਰ ਲੈਂਦੀਆਂ ਨੇ ਤੁਹਾਡੇ ਨਾਲੋਂ ਉਹਨਾਂ ਦੀ ਕਮ ਅਜ਼ ਕਮ ਆਵਾਜ਼ ਦੇ ਵਿੱਚ ਜਿਹੜੀ ਨਸਵਾਨੀਅਤ ਹੈ ਉਹਦੇ ਨਾਲ ਜ਼ਿਆਦਾ ਤਬਲੀਗ ਤੁਹਾਡੀ ਫੈਲਦੀ ਪਈ ਹੈ ਇਹਨਾਂ ਨੂੰ ਪਿੱਛਾ ਕਰਦਾ ਨਬੀਆਂ ਨੂੰ ਗਾਲਾਂ ਕੱਢਣ ਲੱਗੇ ਜੋ ਉੱਥੇ ਬਹਿ ਕੇ ਤੇ ਜੇ ਤੁਹਾਡੇ 'ਚ ਕੋਈ ਗੈਰਤਮੰਦ ਮਰਜ਼ਾਈ ਹੈ ਨਾ ਇਹਨਾਂ ਤੇ ਥੁੱਕ ਕੇ ਪਿੱਛੇ ਹਟ ਜਾਓ ਇਹਨਾਂ ਤੋਂ ਰੋਜ਼ ਪੈਗੰਬਰਾਂ ਨੂੰ ਗਾਲਾਂ ਰੋਜ਼ ਨਬੀਆਂ ਨੂੰ ਗਾਲਾਂ ਉਹ ਕਿੱਥੋਂ ਇਹ ਜੰਮ ਕੇ ਲੈਂਦੇ ਜੇ ਇਹ ਗੰਦ ਕਿੱਥੋਂ ਚੁੱਕ ਲਿਆਂਦਾ ਜੇ
ਇਹਨਾਂ ਤਰ੍ਹਾਂ ਚੌਂ ਦੇ ਬਾਰੇ ਤੇ ਅੱਜ ਤੋਂ 1 ਸਾਲ ਪਹਿਲੇ ਮੈਂ ਤੁਹਾਨੂੰ ਆਖਿਆ ਸੀ ਉਹਨਾਂ ਦੀਆਂ ਨਾਨੀਆਂ ਤੇ ਦਾਦੀਆਂ ਉੱਥੇ ਕੰਮ ਕਰਦੀਆਂ ਸਨ ਤੇ ਉਹ ਜਿਹੜਾ ਸ਼ੇਖ ਅਬਦੁਰਰਹਿਮਾਨ ਮਿਸਰੀ ਕਹਿੰਦਾ ਸੀ ਨਾ ਅਦਾਲਤ 'ਚ ਬਿਆਨ ਉਹਨੇ ਦਿੱਤਾ ਹੈ, ਇਹ ਵੀ ਪਿਆ ਉੱਥੇ ਜਾ ਕੇ ਸਰਕਾਰੀ ਰਿਕਾਰਡ ਕਢਾ ਕੇ ਚੈੱਕ ਕਰ ਲਓ, ਨਾ ਨਿਕਲਿਆ ਮੈਂ ਜੁਰਮਾਨਾ ਦਿਆਂਗਾ। ਸ਼ੇਖ ਅਬਦੁਰਰਹਿਮਾਨ ਮਿਸਰੀ ਨੇ ਹਾਈ ਕੋਰਟ ਪੰਜਾਬ 'ਚ ਬਿਆਨ ਦਿੱਤਾ ਹੈ ਕਿ ਇਹ ਜਿਹੜਾ 2 ਨੰਬਰ ਖਲੀਫਾ ਹੈ ਇਹਨੇ ਕਸਰੇ ਖਿਲਾਫਤ ਦੇ ਵਿੱਚ ਜ਼ਨਾ ਸ਼ੁਰੂ ਕੀਤੇ ਆ। ਇਹ ਲੋਕਾਂ ਦੀਆਂ ਕੁੜੀਆਂ ਇੱਥੇ ਆਉਂਦੀਆਂ ਨੇ ਉਹਨਾਂ ਦੀਆਂ ਇੱਜ਼ਤਾਂ ਲੁੱਟ, ਇਹ ਉੱਥੋਂ ਨੁੱਥ ਆਏ ਜੇ, ਵਰਨਾ ਇੱਕ ਹਲਾਲ ਜ਼ਿਆਦਾ ਵੀ ਇਹ ਸੋਚ ਨਹੀਂ ਸਕਦਾ ਜਿਹੜੀਆਂ ਬਕਵਾਸਾਂ ਰੋਜ਼ ਕਰਦਾ। ਅੱਜ ਫਿਰ ਬਕਵਾਸ ਕੀਤੀ ਹੈ, ਕੱਲ ਪਰਸੋਂ ਇਹ ਬਕਵਾਸ ਕੀਤੀ ਹੈ। ਨਬੀਆਂ ਨੂੰ ਇੰਜ ਉਹ ਗਾਲਾਂ ਕੱਢਦੇ ਨੇ ਤੇ ਤੁਹਾਡੇ ਫੇਵਰਟ ਨੇ ਇਹ ਮਰਬੀ, ਇਹ ਫੇਵਰਟ ਮੁਬਲਗ ਨੇ, ਬਿਹਤਰੀਨ ਤਬਲੀਗ ਪੇ ਕਰਦੇ ਨੇ। ਤੁਹਾਡੇ 'ਚ ਗੈਰਤ ਕੋਈ ਨਹੀਂ, ਹਯਾ ਕੋਈ ਨਹੀਂ, ਉਹ ਕੋਈ ਬੰਦਾ ਇਹਨਾਂ ਨੂੰ ਪੁੱਛੇ ਇਹਨਾਂ ਦਾ ਮਿਰਜ਼ਾ ਕਾਦਿਆਨੀ ਮਰਿਆ ਕਿਵੇਂ ਸੀ। ਹਾਂ ਠੀਕ ਹੈ, ਅੱਛਾ ਠਹਿਰ ਜਾ ਜ਼ਰਾ। ਇਸ ਗੱਲੇ ਕਰਕੇ ਅਗਰ ਹਿੰਮਤ ਹੈ ਨਾ ਤੇ ਉਹਨੂੰ ਜਾ ਕੇ ਇੱਕ ਮੈਸੇਜ ਦਿਓ ਜਾਂ ਮੇਰਾ ਮੈਸੇਜ ਰਿਕਾਰਡ ਕਰਕੇ ਲੈ ਜਾਓ, ਉਹਨੂੰ ਆਖੋ ਤਰਾਵੇ ਸਲਾਹ ਕਰ ਲਓ, ਬੱਟ ਵੀ ਤਸਲੀਮ ਮੀਰ ਵੀ ਤੇ ਰਜ਼ੀ ਵੀ ਤਰਾਵੇ ਸਲਾਹ ਕਰ ਲਓ। ਇਹਨਾਂ ਦੋਵਾਂ ਚੋਂ ਜਿਹਨੂੰ ਮਰਜ਼ੀ ਚੁੱਕ ਲਿਓ ਉੱਤੇ, ਟਾਈਮ ਬਰਾਬਰ ਹੋਣਾ ਚਾਹੀਦਾ ਹੈ। ਬਰਾਡ ਤੁਹਾਡੀ, ਸਟ੍ਰੀਮ ਯਾਰਡ ਤੁਹਾਡੀ, YouTube ਤੁਹਾਡੀ, ਚੈਨਲ ਤੁਹਾਡਾ। ਜਿੰਨਾ ਟਾਈਮ ਤੁਸੀਂ ਗੱਲ ਕਰੋਗੇ ਉਹਨਾਂ ਟਾਈਮ ਹੀ ਅਸੀਂ ਗੱਲ ਕਰਾਂਗੇ। ਹੈ ਜੇ ਹਿੰਮਤ ਕਿ ਕੋਈ ਨਹੀਂ ਤੇ ਫਿਰ ਕਾਹਦੇ ਲਈ ਨਹੀਂ ਤੇ ਲੋਕਾਂ ਨੂੰ ਸੁਨੇਹਾ ਘੱਲ ਦਿਓ, ਆ ਜਾਓ ਅਸੀਂ ਇੰਤਜ਼ਾਰ ਪੇ ਕਰਨੇ ਆ। ਪਤਾ ਨਹੀਂ ਕਿੱਥੋਂ ਇਹ ਗੰਦੀ ਕੌਮ ਮੱਥੇ ਲੱਗ ਗਈ ਹੈ। ਉਹ ਚੱਲਾ ਸਿਸਟਰ ਕਹਿੰਦੀ ਮੈਂ ਤੇ ਗਈ ਉਮਰੇ ਦੇ ਤੇ ਉੱਥੇ ਅੱਲਾ ਦੇ ਘਰ 'ਚ ਮੈਂ ਵੇਖਿਆ ਨੈਸ਼ਨੈਲਿਟੀਆਂ ਹੀ ਆਈਆਂ ਦੀਆਂ ਵੇਖੀਆਂ ਨੇ ਜਿਹੜੀਆਂ ਜ਼ਿੰਦਗੀ 'ਚ ਅੱਗੇ ਵੇਖੀਆਂ ਹੀ ਨਹੀਂ। ਐਸੀ ਐਸੀ ਕੌਮੀਅਤ ਦਾ ਬੰਦਾ ਅੱਲਾ ਦੇ ਘਰ ਦਾ ਤਵਾਫ ਕਰਦਾ। ਮੈਂ ਕਿਹਾ ਅੱਲਾ ਦੇ ਨਬੀ ਦੀ ਉਮਤ ਕਿੰਨੀ ਵਸੀ ਹੈ, ਅਸੀਂ ਕਿਹੜੀ ਗੰਦੀ ਜੀ ਗਲਾਜ਼ਤ ਨਾਲ ਮੱਥਾ ਲਾਇਆ ਹੁੰਦਾ। ਦਿਹਾੜੀ 4 ਟੋਟਰੂ ਨੇ ਚਾਹ ਦੀ ਪਿਆਲੀ ਜੈਸੇ ਤੂਫਾਨ, ਅਸੀਂ 214 ਮੁਲਕਾਂ 'ਚ ਫੈਲ ਗਏ ਹਾਂ। ਜਿੰਨੇ ਤੁਸੀਂ ਹੈ ਉਹ ਨਾ ਉਹਦੇ ਨਾਲੋਂ 1000 ਗੁਣਾ ਵੱਧ ਕੇ ਤੁਸੀਂ ਸ਼ਾਤਮੀਅਤ ਕਰਦੇ ਹੋ। ਚਲੋ ਕ੍ਰਿਸਚਨ ਨੇ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਹੈ, ਉਹਨਾਂ 'ਚ ਕੋਈ ਬੰਦਾ ਚੰਗੇ ਕੋਈ ਮਾੜੇ, ਜੇ ਕੋਈ ਬੰਦਾ ਉਹਨਾਂ 'ਚ ਬਦਤਮੀਜ਼ੀ ਕਰੇ ਸੈਮੀਸਨ ਵਗੈਰਾ ਦਾ ਹਾਰਦਾ, ਤੇ ਜੇ ਕੋਈ ਬੰਦਾ ਇਸ ਤਰ੍ਹਾਂ ਦੀ ਕਰ ਜਾਂਦਾ ਹੈ ਤਾਂ ਬੜੀ ਵੱਡੀ ਕਮਿਊਨਿਟੀ ਬੰਦਾ ਕਹਿੰਦਾ ਐਡੀ ਵੱਡੀ ਕਮਿਊਨਿਟੀ 'ਚ ਆਇਆ ਬੰਦਾ ਵੀ ਮਾੜਾ। ਤੁਸੀਂ 4 ਟੋਟਲ ਬੰਦੇ ਹੋ, ਚਾਰੇ ਗਾਲੀਬਾਜ਼, ਚਾਰੇ ਹੀ ਨਬੀਆਂ ਨੂੰ ਗਾਲਾਂ ਕੱਢਣ ਵਾਲੇ, ਇੱਕ ਵੀ ਲਾਲਦਾ ਨਹੀਂ ਵਿੱਚੋਂ। ਜਿਹੜਾ ਮਰਜ਼ਾਈ ਉੱਠਦਾ ਉਹ ਜਿਹੜਾ ਚੰਗਾ ਨਬੀਆਂ ਨੂੰ ਗਾਲਾਂ ਕੱਢਣ ਵਾਲਾ ਹੋਵੇ ਨਾ ਆਖਣਗੇ ਇਹ ਸਾਡਾ ਚੰਗਾ ਮੁਬਲਕ, ਇਹਦਾ ਸਾਹਮਣਾ ਕਰੋ। ਜਾ ਭਾਈ ਆਓ ਇਹਦੇ ਸਾਹਮਣੇ ਆ ਕੇ ਗੱਲ ਕਰੋ, ਕੀ ਗੱਲ ਕਰੀਏ। ਪੈਗੰਬਰ ਇਸਲਾਮ ਨੂੰ ਜੋ ਨੇ ਬਕਵਾਸ ਕੀਤੀਆਂ ਨੇ, ਜੋ ਨੇ ਗਾਲਾਂ ਕੱਢੀਆਂ ਨੇ, ਇਹੋ ਹੀ ਫਰਜ਼ੀ ਤੌਰ ਤੇ ਜਾਂ ਉਹਨੂੰ ਪੁੱਛ ਮਿਰਜ਼ੇ ਕਾਦੀਆਨੀ ਦੇ ਬਾਰੇ ਸੁਣ ਲੇਗਾ। ਫਰਜ਼ੀ ਤੌਰ ਤੇ ਹੀ ਜੇ ਮਿਰਜ਼ੇ ਕਾਦੀਆਨੀ ਦੇ ਬਾਰੇ ਕੋਈ ਬੰਦਾ ਆ ਕੇ ਸੁਣ ਲੇਗਾ, ਸੁਣ ਨਹੀਂ ਸਕਣ ਲਗਾ, ਟਾਈਮ 1 ਮਿੰਟ ਤੋਂ ਪਹਿਲੇ ਲਾ ਦੇਗਾ ਥੱਲੇ ਦੇ ਰਸੂਲ ਨੂੰ। ਤੇ ਉਹਨਾਂ ਨੂੰ ਆਖੋ ਪੁੱਤਰ ਤੁਸੀਂ ਇੰਨੇ ਜੋਗੇ ਨਹੀਂ, ਤੁਸੀਂ ਸਿਰਫ ਔਰ ਸਿਰਫ ਆਪਣੀ ਬਰਾੜ ਲਾ ਕੇ ਉੱਥੇ ਕਹਿੰਦੇ ਨੇ ਕਿ ਜਾਂ ਮਾਰ ਜੁਲੋ ਜਾਂ ਮਾਰ ਦਿਓ। ਜੀ ਮਿਰਜ਼ਾ ਕਾਦੀਆਨੀ ਗੱਲ ਹੋਵੇ ਤੇ ਜਾਂ ਮਾਰ ਜੁਲੋ ਤੇ ਜਾਂ ਮਾਰ ਦਿਓ। ਇੱਥੇ ਸਾਡੇ ਸਾਹਮਣੇ ਭੜਕਾ ਨਾ ਮਾਰੋ। ਮਿਰਜ਼ਾਈਆਂ ਨੂੰ ਕਹਿੰਦਾ ਹੁੰਦਾ ਸੀ ਬਸ਼ੀਰਉੱਦੀਨ ਮਹਿਮੂਦ ਹੋ। ਉੱਥੇ ਬੜੀ ਗੈਰਤ ਜਾਗਦੀ ਇਹਨਾਂ ਦੀ। ਨਬੀ ਅਲੈਹਿਸਸਲਾਤੁ ਵਸਲਾਮ ਦੇ ਨਾਂ ਉੱਤੇ ਇਹਨਾਂ ਦੀ ਗੈਰਤ ਮਰ ਗਈ ਹੈ। ਇਹ ਸਾਰੇ ਮਰਜ਼ਈ ਜਿਹੜੇ ਸੁਣਨ ਵਾਲੇ ਤਾਂ ਨਹੀਂ ਮੇਰੇ ਮਿਰਜ਼ਾ ਕਾਦੀਆਨੀ ਦੀ ਅਮਰ ਬਾਈ, ਉਹ ਪਿਓ ਇਹਨਾਂ ਨੇ ਵਿਹੜੇ 'ਚ ਖਾਲ ਕੇ ਮੂਤਰਨੇ, ਇਹ ਤੇ ਗਲੀ 'ਚ ਖਾਲ ਕੇ ਮੂਤਰਨੇ, ਫਿਰ ਪਿਓ ਇਹਨਾਂ ਨੇ ਵਿਹੜੇ 'ਚ ਫਿਰ ਕੇ ਮੂਤਰਨੇ ਲਾਇਆ। ਜੇ ਤਲੀਮ ਜੇ ਵੀ ਤੂੰ ਹੀ ਕਰਨਾ ਨੇ ਨਾ, ਉਹੀ ਤਲੀਮ, ਉਹਦੀ ਤਲੀਮ ਨਾ ਹੁੰਦੀ ਤੇ ਇਹਨਾਂ ਨੇ, ਮੈਂ ਤੇ ਉਹੀ ਆਨਾ ਕਿ ਗਲਾਜ਼ਤ ਜਿਹੜੀ ਹੈ ਨਾ ਨਜਾਸਤ ਹੈ ਪਿੱਛੋਂ ਨਹਿਰ 'ਚ ਰੁੜ ਕੇ ਆਈ ਹੈ। ਇਹ ਨਹੀਂ ਕਿ ਬਈ ਇਹ ਅੱਗੇ ਸੂਏ ਤੇ ਨਾਲੇ ਗੰਦੇ ਨੇ, ਪਿੱਛੋਂ ਗਲਾਜ਼ਤ ਨਹੀਂ। ਇਹ ਤਾਂ ਗਲੀ 'ਚ ਖਾਲ ਕੇ ਮੂਤਰਨੇ ਵਾਲੇ ਬੱਚੇ ਨਾ, ਇਹਨਾਂ ਦਾ ਪਿਓ ਵਿਹੜੇ 'ਚ ਫਿਰ ਕੇ ਮੂਤਰਦਾ ਹੁੰਦਾ ਸੀ। ਜੀ ਉਹ ਸਾਡੀਆਂ ਕਿਤਾਬਾਂ ਪੜ੍ਹੀਆਂ ਨੇ ਤੇ ਸਾਨੂੰ ਤੁਹਾਡੇ ਨਬੀ ਦੀਆਂ ਕਿਉਂ ਨਹੀਂ ਪੜ੍ਹਨ ਦਿੱਤੀਆਂ? ਜਾ ਕੇ ਪੁੱਛੋ ਨਾ। ਅਸੀਂ ਵੀ ਤੁਹਾਡੇ ਨਬੀ ਦੀਆਂ ਪੜ੍ਹੀਆਂ ਸੀ, ਪੜ੍ਹਨੀਆਂ ਸੀ ਤੇ ਉਹਦੇ ਨਬੀ ਦੀਆਂ ਤੁਹਾਡੀ ਕਿਤਾਬਾਂ 'ਚ ਦੇਣੇ ਸੀ ਨਾ। ਅਸੀਂ ਕਿਹੜਾ ਕੋਈ ਅਲਫ ਲੈਲਾ ਸੁਣਾਣੀ ਸੀ। ਇੱਕ ਸਫਾ ਪੜ੍ਹਿਆ ਸੀ ਤੇ ਮੂੰਹ ਇਹਨਾਂ ਦੇ ਇੰਜ ਹੋ ਗਏ ਸੀ ਜਿਵੇਂ ਸਾਰੇ ਹੀ ਮਰ ਗਏ। ਜਾ ਕਹਿ ਉਹਨੂੰ ਕਿ ਤੁਹਾਡੇ ਨਬੀ ਦੀਆਂ ਤਹਿਰੀਰਾਂ ਪੜਾਂਗੇ, ਹੋਰ ਕਿਤੋਂ ਨਹੀਂ ਪੜਨ ਲੱਗੇ। ਹੈ ਹਿੰਮਤ ਤੁਹਾਡੇ 'ਚ? ਉਹ ਲਫ਼ਜ਼ ਹੀ ਖਾ ਗਿਆ ਉੱਥੇ ਆ ਕੇ, ਉਹ ਲਫ਼ਜ਼ ਹੀ ਖਾ ਗਿਆ ਸੀ। ਉਹ ਜਿਹੜਾ ਉਹਨੇ ਆਖਿਆ ਨਾ ਨਫਸ ਨੂੰ ਆਪਣੇ ਆਲਾ ਤਨਾਸਲ ਨੂੰ ਤੇਲ ਲਾ ਕੇ, ਉਹ ਨਫਸ ਉਹ ਖਾ ਗਿਆ ਲਫ਼ਜ਼ ਹੀ ਨਾ, ਗੁੱਟਮਟ ਕਰਕੇ ਤੇ ਨਿਕਲ ਗਿਆ। ਆਹੋ ਤੇ ਜ਼ਿਆ ਭਾਈ ਨੇ ਕਿਹਾ ਖਲੋ ਖਲੋ ਐ ਪੜੀ, ਦੁਬਾਰਾ ਆਵਾਜ਼ ਨਹੀਂ ਆਈ, ਸਮਝ ਨਹੀਂ ਆਈ। ਕਹਿੰਦਾ ਤੂੰ ਵਿੱਚ ਕਿਉਂ ਬੋਲਿਆ? ਉਹਦੇ ਦੇ ਪੁੱਤਰੋ ਤੁਹਾਡੇ ਨਬੀ ਦੀ ਤਹਿਰੀਰ ਹੈ, ਚੁੰਮ ਚੁੰਮ ਕੇ ਪੜੋ। ਹਾਂ ਜੇ ਤੁਸੀਂ ਸਾਡੀਆਂ ਕਿਤਾਬਾਂ ਪੜ੍ਹੀਆਂ ਨੇ, ਸਾਡਾ ਕਿਹੜਾ ਨਬੀ ਇਹਨਾਂ ਚੋਂ? ਜਿਹਦੀ ਮਰਜ਼ੀ ਕਿਤਾਬਾਂ ਪੜੋ, ਇਹਨਾਂ ਨੂੰ ਪਿਸ਼ਕ ਤੀਲੀ ਲਾੜੋ, ਸਾਡਾ ਕੀ ਗੁੰਮ ਜਾਏਗਾ? ਸਾਡਾ ਦੀਨ ਫੇਰ ਵੀ ਬਰਕਰਾਰ ਰਹੇਗਾ। ਸਾਰੇ ਅਹਿਮਦ ਰਜ਼ਾ ਬਰੇਲਵੀ ਦੀਆਂ ਕਿਤਾਬਾਂ, ਮੌਲਾਨਾ ਕਾਸਿਮ ਨਨੋਤਵੀ ਦੀਆਂ, ਕਾਉਲਾ ਸ਼ਾਹ ਬੁਖਾਰੀ ਦੀਆਂ, ਜਿੰਨੇ ਉਲਮਾ ਅਹਿਲ ਹਦੀਸ ਨੇ, ਈਵਨ ਲਾਮਾ ਸਾਨ ਲਈ ਜ਼ਹੀਰ ਦੀਆਂ, ਸ਼ੇਖ ਜ਼ੁਬੈਰ ਅਲੀ ਜੀ ਦੀਆਂ ਸਾਰੀਆਂ ਕਿਤਾਬਾਂ ਨੂੰ ਅੱਗ ਲਾ ਦਿਓ।
ਤਾਂ ਵੀ ਸਾਡਾ ਦੀਨ ਤੇ ਬਰਕਰਾਰ ਹੈ। ਤੁਸੀਂ ਇਹਨਾਂ ਤੋਂ ਕਿੰਜ ਮੂੰਹ ਚ ਪਾਓਗੇ? ਔਰ ਤੁਸੀਂ ਇਹਨਾਂ 85 ਕਿਤਾਬਾਂ ਦਾ ਕਿੰਜ ਸਾਹਮਣਾ ਕਰੋਗੇ? ਕੋੜੇ ਦਿਓ ਪੁੱਤਰੋ, ਤਹਿਰੀਰ ਪੜ੍ਹ ਨਹੀਂ ਸਕਦੇ ਤੁਸੀਂ। ਤੁਹਾਨੂੰ ਇੰਨਾ ਆਖਿਆ ਦੁਬਾਰਾ ਪੜ੍ਹੀ ਹੈ ਆਖਰੀ ਤਰਾ ਲੈਣਾ। ਨਾ 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 ਨਾ, ਵਿੱਚ ਕਿਉਂ ਬੋਲ ਪਿਆ? ਵਿੱਚ ਕਿਉਂ ਬੋਲ? ਐ ਨਹੀਂ ਮੈਂ ਪੜ੍ਹਨੀ ਦੁਬਾਰਾ, ਡੁੱਬ ਕੇ ਮਾਰ ਜਾਓ। ਅਸੀਂ ਫੈਲ ਗਏ ਹਾਂ ਦੁਨੀਆ ਦੇ ਉੱਤੇ, ਸਾਡਾ ਸਾਹਮਣਾ ਨਹੀਂ ਕੋਈ ਕਰ ਸਕਦੇ। ਇਹ ਕੌਮ ਹੈ ਜਿਹੜੀ ਕਹਿੰਦੀ ਹੈ ਮੇਰਾ ਸਾਹਮਣਾ ਨਹੀਂ ਕੋਈ ਕਰ ਸਕਦਾ, ਤੇ ਪੁੱਤਰ ਇੰਨੇ ਜੋਗੇ ਨੇ ਵੀ ਮੁਸਲਮਾਨਾਂ ਦਾ ਇੱਕ ਮੁੰਡਾ ਜਾਏ ਤੁਹਾਡੀ ਬਰਾੜ ਤੇ, ਤਰੇ ਮਰਜ਼ਾਈ ਤੁਸੀਂ ਬੈਠੇ ਹੋ ਤੇ ਤੁਹਾਡੇ ਚ ਹੌਸਲਾ ਨਹੀਂ ਉਹਦੇ ਨਾਲ ਗੱਲ ਕਰਨ ਦਾ। ਇਹ ਕੌਮ ਤੁਹਾਨੂੰ ਆਖਦੀ ਹੈ ਤੁਹਾਡੇ ਕੋਲ 200 ਦੀ ਪਰਚੀ ਬਣਵਾਉਂਦੀ। ਕੋੜੇ ਦਿਓ ਪੁੱਤਰੋ, ਕੋ ਅਕਲ ਕਰੋ। ਅਸੀਂ ਤੁਹਾਡੇ ਦੁਸ਼ਮਣ ਨਹੀਂ। ਕਿਹੜੀ ਤਹਿਰੀਰ ਦੀ ਗੱਲ ਹੋ ਰਹੀ ਹੈ? ਤੇ ਦੇਣਾ ਕੀ ਹੈ? ਇਹ ਗੰਦ ਲੈਣਾ ਇਹਨਾਂ ਕੋਲ। ਇਹਨਾਂ ਜੋ ਪੁੱਤਰ ਨੇ ਵੀ ਤਰੇ ਮਰਜ਼ਾਈ ਰਲ ਕੇ ਇੱਕ ਮੁਸਲਮਾਨ ਨਾਲ ਗੱਲ ਨਹੀਂ ਕਰ ਸਕਦੇ ਹਨ। ਉਹ ਉੱਤੇ ਸਲਾਹ ਪੇ ਕਰਨ। ਆਮਰ ਵੀ ਆ ਗਿਆ, ਜ਼ਿਆਰ ਰਸੂਲ ਵੀ ਆ ਗਿਆ, ਕਿਹਨੂੰ ਲਵਾਂ ਤੇ ਕਿਹਨੂੰ ਨਾ ਚੁੱਕਾਂਗੇ ਨਾ ਚੁੱਕਾਂ, ਚੁੱਕਾਂਗੇ ਨਾ ਚੁੱਕਾਂ। ਉਦੋਂ ਬੜਾ ਸ਼ੌਕ ਲੱਗਿਆ ਹੈ। ਇਹਨੂੰ ਪਹਿਲੇ ਚੁੱਕਿਆ ਤੇ ਚੁੱਕ ਕੇ ਫੌਰਨ ਹੀ ਲਾਤਾ। ਕਹਿੰਦੇ ਅਮਰ ਨੂੰ ਲੈ ਲਈਏ ਕਿ ਜ਼ਿਆਰ ਰਸੂਲ ਨੂੰ, ਦੋਵੇਂ ਆਏ ਬੈਠੇ। ਫਿਰ ਚੁੱਕਿਆ, ਫਿਰ ਮੈਨੂੰ ਲਾਤਾ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿਹੜੇ ਬੰਦੇ ਨੇ ਚੁੱਕੀ। ਕਿਸ ਤਹਿਰੀਰ ਦੀ ਗੱਲ ਹੋ ਰਹੀ? ਮੈਂ ਕਿਹਾ ਕਿਹੜੀ ਤਹਿਰੀਰ ਦੀ ਗੱਲ ਕਰ ਰਹੇ ਹੋ? ਉਹ ਨਹੀਂ, ਤੁਹਾਨੂੰ ਚਾਹਨ ਸਾਹਿਬ ਤੁਹਾਡੇ ਕੋਲ ਨਹੀਂ ਪੜਾਣੀ, ਉਹ ਤਹਿਰੀਰ ਉਹਨਾਂ ਕੋਲ ਪੜਾਣੀ ਹੈ। ਜਿਹੜੇ ਰਜ਼ੀ ਮਰੱਬੀ ਬੜਾ ਵੱਡਾ ਬਣਿਆ ਇਹਨਾਂ ਦਾ, ਇੱਕ ਸਲੀਮ ਮੀਰ ਤੇ ਇੱਕ ਬੱਟ, ਤਰੇ ਉੱਥੇ ਬੈਠੇ ਨੇ। ਤੇ ਜ਼ਿਆ ਭਾਈ ਨੂੰ ਇਹਨਾਂ ਨੇ ਉੱਤੇ ਚੁੱਕ ਕੇ ਨਾ ਤੇ ਹੱਥ ਕੰਬਣ ਲੱਗੇ, ਉੱਤੋਂ ਚੁੱਕਦੇ ਨੇ ਫਿਰ ਟੈਪ। ਮਿਰਜ਼ਾਈ ਤੇ ਹੀਜੜੇ ਨੇ, ਉਹਨਾਂ ਨੇ ਹੈ। ਮੈਂ ਕਿਹਾ ਮਿਰਜ਼ਾਈ ਤੇ ਹੀਜੜੇ ਨੇ, ਉਹਨਾਂ ਨੇ ਹੀਜੜਾ ਪਾਣੀ ਹੀਜੜਿਆਂ ਤੋਂ ਵੱਧ ਕੰਮ। ਅੱਲਾ ਦੀ ਕਸਮ ਚੁੱਕਿਆ ਨਾ, ਇਹਨਾਂ ਨਾਲੋਂ ਇਹਨਾਂ ਦੀਆਂ ਲਜਨਾਂ ਵੱਲ ਤਬਲੀਗ ਕਰ ਲੈਣੀ ਆ। ਮੈਂ ਅੱਲਾ ਨੂੰ ਗਵਾਹ ਕਰਕੇ ਕਹਿ ਰਿਹਾ, ਉਹਨਾਂ ਦੀ ਗੱਲ ਲੋਕ ਗੌਰ ਨਾਲ ਸੁਣਨਗੇ ਔਰ ਉਹ ਇਹ ਹਰਾਮਜ਼ਾਦੀਆਂ ਨਹੀਂ ਕਰਨਗੀਆਂ ਜਿਹੜੀਆਂ ਇਹ ਪੇ ਕਰਦੇ ਨੇ ਨਾ ਪੈਗੰਬਰ ਇਸਲਾਮ ਨੂੰ ਗਾਲਾਂ। ਅੱਜ ਫਿਰ ਉਹ ਗਾਲਾਂ ਕੱਢਣ ਲੱਗੇ ਲਾਂਤੀ। ਇਹ ਕੰਮ ਕਮ ਸੇ ਕਮ ਉਹ ਨਹੀਂ ਕਰਨ ਲੱਗੇ। ਅਮਰ ਭਾਈ ਇਹ ਗੱਲ ਨਾ ਕਰ ਯਾਰ, ਇਹ ਗੱਲ ਨਾ ਕਰੋ। ਸਿਆਣਾ ਦਾ ਖਾਨ ਹੈ। ਚੂਹੇ ਕੋਲ ਕਿਸੇ ਪੁੱਛਿਆ ਤੁਸਾਂ ਜੀ ਸਰਦਾਰ ਕਿਹੜਾ ਸਾਖਿਆ ਜਿਸ ਦੇ ਪਿੱਛੇ ਹੱਥ ਲਾਓ, ਇਹ ਸਰਦਾਰ ਹੈ। ਜੇ ਕਦੇ ਲਜਣਾ ਰੇਂਜ ਵੇਚ ਕੇ ਗੱਲ ਹੋਵੇ ਨਾ, ਵੱਲਾ ਇਹਨਾਂ ਤੋਂ ਜ਼ਿਆਦਾ ਬਕ ਬਕ ਕਰਨਗੇ। ਉਹ ਤਾਲੀਮ ਜੀ ਹੈ, ਇਹ ਖੋਲਣੀ ਦੋਹਾਂ ਪਾਕੜ ਬੋਕੇ ਉਹੀ ਬਕ ਬਕ ਕਰਨੀ ਹੈ। ਗੱਲ ਤਾਂ ਠੀਕ ਹੈ, ਪਰ ਇਹ ਤਾਂ ਉਹਨਾਂ ਕੋਲ ਕਦੇ ਇਹੋ ਜਿਹੀ ਸੁਣੀ ਨਹੀਂ ਆਇਆ ਇਹੋ ਜਿਹਾ। ਇਹ ਜਾਂ ਉਹਨਾਂ ਦੀ ਬਰਾਤ ਗਿਆ ਵੀ ਕੋਈ ਨਹੀਂ ਨਾ ਬੰਦਾ। ਭਾਵੇਂ ਮਿਰਜ਼ਾਈ ਹੋਵੇ ਭਾਵੇਂ ਮਿਰਜ਼ੈਨ ਹੋਵੇ, ਉਹ ਕਦੀ ਰੂਹਾਨੀ ਖਜ਼ਾਇਨ ਦੀ ਭੇਜ ਕੇ ਦਵਾ ਕੇ ਸਾਕ ਨੂੰ ਤੁਸੀਂ ਨਾ ਇਹ ਕੰਮ ਹੋਇਆ। ਤੇ ਰੂਹਾਨੀ ਖਜ਼ਾਇਨ ਮੌਤ ਹੈ ਮਿਰਜ਼ਾਈਆਂ ਵਾਸਤੇ। ਜ਼ਿਆ ਭਾਈ ਨੇ ਅੱਗੇ ਰੱਖੀ ਵੀ ਇਹ ਸਫਾ ਪੜ੍ਹ ਕੇ ਵਹਾ ਦਿਓ। ਉਹਨਾਂ 5 ਸਵਾਲ ਜ਼ਿਆ ਭਾਈ ਨੂੰ ਆਖਿਆ, 5 ਗੱਲਾਂ ਦਾ ਜਵਾਬ ਦੇ, ਫਿਰ ਅਸੀਂ ਤਹਿਰੀਰ ਪੜਾਂਗੇ। ਤਰੇ ਮਰਜ਼ਾਈ ਬੈਠੇ ਨੇ, 5 ਸਵਾਲ ਕੀਤੇ ਨੇ। ਬਿਲਕੁਲ ਇੰਜ ਹੀ ਸ਼ੁਰੂ ਕਰ ਦੇ। ਹਾਂ, ਉਹਦੇ ਬਾਅਦ ਨਾ ਜ਼ਿਆ ਭਾਈ ਨੇ ਆਖਿਆ ਹੁਣ ਤੇ 5 ਪੂਰੀਆਂ ਹੋ ਗਈਆਂ ਨੇ, ਹੁਣ ਤੇ ਪੜ੍ਹ ਦੇ ਤਹਿਰੀਰ। ਪੜਨ ਲੱਗਾ, ਪੜਨ ਨਹੀਂ ਹੁੰਦੀ ਰਜੀ ਕੋਲ। ਕਹਿੰਦਾ ਸਲੀਮ ਭਾਈ ਤੁਸੀਂ ਪੜ੍ਹ ਦਿਓ। ਅੱਛਾ, ਉਹ ਆਂਦਾ ਚੱਲ ਮੈਂ ਪੜਨਾ ਵਾ। ਅੱਛਾ, ਪੜਦਾ ਤੇ ਦੌੜ ਜਾਂਦਾ, ਉਹ ਤੋਂ ਨਿਕਲ ਜਾਂਦਾ ਹੈਗਾ। ਉਹ ਸਫਾ ਅੱਧਾ ਵਿੱਚੋਂ ਖਾ ਜਾਂਦੇ ਨੇ ਲਫ਼ਜ਼ ਵਿੱਚੋਂ। ਤੇ ਜ਼ਿਆ ਭਾਈ ਨੇ ਆਖਿਆ ਜਰਾ ਦੁਬਾਰਾ ਆਖਰੀ ਤਰਾ ਲੈਣਾ ਪੜਦੀ, ਆਵਾਜ਼ ਨਹੀਂ ਸਮਝ ਨਹੀਂ ਆਈ। ਨਹੀਂ ਨਹੀਂ, ਤੂੰ ਵਿੱਚ ਕੀ ਬੋਲਿਆ, ਤੂੰ ਵਿੱਚ ਕੀ ਬੋਲਿਆ। ਬਿਲਕੁਲ ਪਤਾ ਨਹੀਂ ਕਿੱਥੋਂ ਐਸੀ ਗੰਦੀ ਕੌਮ ਮੱਥੇ ਲੱਗੀ ਹੈ। ਅੱਛਾ, ਨਾ ਇਹਨਾਂ ਦੀ ਕੋਈ ਮਤਲਬ ਹੈ ਕਿ ਅਹਿਮੀਅਤ ਹੈ, ਨਾ ਇਹ ਇੰਨੀ ਐਨਰਜੀ ਦੇ ਕਾਬਲ ਨੇ ਜਿੰਨੀ ਇਹ ਲੋਕਾਂ ਦੀ ਲੈਣ ਲੱਗੇ ਨੇ। ਤੇ ਕਾਹਦੇ ਲਈ ਲੋਕਾਂ ਨੂੰ ਗੁੰਮਰਾਹ ਕਰਨ ਲੱਗੇ? ਕੋੜੇ ਦੇ ਪੁੱਤਰੋ, ਬਾਜ਼ ਆ ਜਾਓ, ਬਾਜ਼ ਆ ਜਾਓ। ਜਿਹੜੇ ਸੁਣਨ ਵਾਲੇ ਹੋ ਤੁਸੀਂ ਸੁਣ ਲਓ, ਸੁਣਨ ਵਾਲਿਓ ਤੁਸੀਂ ਸੁਣ ਲਓ। ਇਹਨਾਂ ਨੂੰ ਨਾ 200 ਦੀ ਪਰਚੀ ਇਹਨਾਂ ਕੋਲ ਬਣਵਾਓ। ਇਹ ਪੈਗੰਬਰਾਂ ਨੂੰ ਸਿਰਫ ਗਾਲਾਂ ਪੇ ਕੱਢਦੇ ਜਾਏ। ਇਹ ਕੋਈ ਨਹੀਂ ਜੇ ਇੰਨੇ ਜੋਗੇ। ਜੇ ਇਹਨਾਂ ਨੂੰ ਗੱਲ ਆਉਂਦੀ ਹੋਵੇ ਜਾਂ ਐਡੇ ਚਰਬ ਜ਼ੁਬਾਨ ਹੋਣ ਜਾਂ ਐਡੀਆਂ ਦਲੀਲਾਂ ਇਹਨਾਂ ਦੇ ਕੋਲ ਹੋਣ, ਤੇ ਤਰੇ ਮਰਜ਼ਾਈ ਰਲ ਕੇ ਵੀ ਇੱਕ ਬੰਦੇ ਨਹੀਂ ਗੱਲ ਕਰ ਸਕਦੇ। ਉਹ ਤਰੇ ਬੈਠੇ ਨੇ ਉੱਤੇ, ਬੱਟ 1, ਸਲੀਮ ਮੀਰ 2, ਰਜ਼ੀ 3, ਤਰੇ ਬੈਠੇ ਨੇ। ਜ਼ਿਆ ਭਾਈ ਨੂੰ ਕਦੇ ਚੁੱਕਦੇ ਨੇ, ਕਦੇ ਸੁੱਟਦੇ ਨੇ, ਕਦੇ ਚੁੱਕਦੇ ਨੇ, कदे सुटते हैं। अब मैंने फारग कर दिया, अब नहीं मैंने उठाना सलीम भाई, अब नहीं मैंने उसको उठाना। अब अगर वो मिर्जा साहब की उसने गुस्ताखी की या माफी मांगे तो उठाना। फिट है मुंह जाए ਤੁਸੀਂ ਤੇ ਪੈਗੰਬਰ ਇਸਲਾਮ ਨੂੰ ਗਾਲਾਂ ਕੱਢਣ ਲੱਗੇ ਹੋ। ਅਸੀਂ ਕਿੱਡਾ ਦਿਲ ਤੇ ਪੱਥਰ ਰੱਖ ਕੇ ਜਾਂਦੇ ਆ ਕਿ ਜਿਹੜਾ ਸਾਡੇ ਨਬੀ ਨੂੰ ਗਾਲਾਂ ਵੀ ਕੱਢਦੀ ਹੈ, ਜਿਹੜੀ ਕਮਿਊਨਿਟੀ ਦੁਨੀਆ ਦੀ ਬਦਤਰੀਨ ਮਖਲੂਕ ਅੱਲਾ ਦੀ ਧਰਤੀ ਦੇ ਉੱਤੇ, ਅਸੀਂ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹੋਏ ਹੁੰਦੇ ਕਿ ਮਤਲਬ ਤੁਹਾਡੇ ਮਰਜ਼ਈਆਂ ਦੇ ਸਿਰ 'ਚ ਕੋਈ ਗੱਲ ਵੜ ਜਾਏ ਤੇ ਬਈ ਇਹਨਾਂ ਦੇ ਪੱਲੇ ਕੱਖ ਨਹੀਂ,
ਇਹ ਸਿਰਫ ਸ਼ਾਤਮੀਅਤ ਕਰ ਸਕਦੇ ਨੇ, ਗਾਲਾਂ ਕੱਢ ਸਕਦੇ ਨੇ, ਇਹਨਾਂ ਦੇ ਪੱਲੇ ਕੱਖ ਨਹੀਂ। ਅੱਲਾ ਤੁਹਾਨੂੰ ਅਕਲ ਦੇਵੇ, ਇਹ ਜਿਹੜੇ ਸੁਣਨ ਲੱਗੇ ਹੋ, ਅੱਲਾ ਤੁਹਾਨੂੰ ਸਮਝ ਦੇਵੇ ਤੇ ਤੁਸੀਂ ਸਮਝ ਜਾਓ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਜੇ ਹੋਵੇ ਤੇ ਯਾਰ ਇੱਥੇ ਲਿਆਓ ਮਰਦਈ ਨੂੰ। ਤੁਸੀਂ ਆਪਣੀ ਬਰਾੜ ਲਾ ਲਓ, ਜਿਹੜੇ ਭਲੇ ਮਾਨਸ ਬੰਦੇ ਹੋ, ਬਰਾੜ ਲਾ ਲਓ, ਉਹਨੂੰ ਆਖੋ ਇੱਕ ਪਾਸੇ ਮਰਦਈ ਬਹਾਲ ਲਓ, ਇੱਕ ਪਾਸੇ ਸਾਨੂੰ, ਇੱਕ ਬੰਦਾ, ਜਿਵੇਂ ਐਮਜੀ ਨੇ ਸਵੇਰੇ ਲਾਈ ਹੁੰਦੀ, ਇੱਕ ਬੰਦਾ ਉਹਨਾਂ ਦਾ ਆਵੇ, ਇੱਕ ਬੰਦਾ ਬਰਾਬਰ ਟਾਈਮ ਹੋਵੇ। ਜੇ ਸਾਹਮਣੇ ਬਹਿ ਗਿਆ 10 ਮਿੰਟ ਤਾਂ ਸਾਨੂੰ ਦੱਸਿਓ। ਇਹ ਸਾਰੇ ਦੜਾਏ ਨੇ ਪੁੱਤਰ, ਇਸੇ ਗੱਲੇ ਦੜਾਏ ਨੇ। ਇਹ ਤਾਂ ਸਾਡੀਆਂ ਲਿਸਟਾਂ ਬਣਾਈਆਂ ਨੇ, ਬਲੈਕ ਲਿਸਟ ਤੇ ਰੈੱਡ ਲਿਸਟ ਤੇ ਫਲਾਣਾ ਲਿਸਟ। ਇਸ ਗੱਲੇ ਕਿ ਬਰਾਬਰੀ ਦੀ ਸਤ੍ਹਾ ਬਹਿ ਕੇ ਗੱਲ ਨਹੀਂ ਕਰ ਸਕਦੇ। ਇਹ ਯਾਦ ਰੱਖਿਓ। ਇਹ ਸਿਰਫ ਤੁਹਾਨੂੰ ਸਬੂਤ ਦਿੱਤਾ ਹੈ ਕਿ 3 ਮਰਜ਼ਈ ਨੇ, ਜਾਓ ਇਹ ਵੀ ਉੱਥੇ YouTube ਤੇ ਬੈਠੇ ਨੇ। ਇੱਕ ਜ਼ਿਆਰ ਸੂਲ ਹੈ, ਤਰਵਾਂ ਨੇ 3 ਮਿੰਟ ਨਹੀਂ ਕੱਢੇ। ਮੈਂ ਪਿਆਨਾ ਮਰ ਜਾਣਾ ਬਣਦਾ ਸ਼ਰਮ ਨਾਲ। ਤੇ ਜਿਹੜੇ ਇਹਨਾਂ ਨੂੰ ਸਮਝਦੇ ਨੇ ਕਿ ਸਾਡੇ ਬੜੇ ਮੁਰੱਬੀ ਨੇ, ਕਿਤਾਬਾਂ ਇਹਨਾਂ ਪੜ੍ਹੀਆਂ ਨੇ, ਉਹਨਾਂ ਤੇ ਹਰ ਛੂਣੇ 'ਚ ਪਾਣੀ ਪਾ ਕੇ ਡੁੱਬ ਮਰਨਾ ਚਾਹੀਦਾ। ਬਈ ਇਹ ਸਾਡੇ ਮੁਰੱਬੀ ਨੇ, ਜਿਹੜੇ 3 ਬੰਦੇ ਰਲ ਕੇ ਵੀ ਇੱਕ ਬੰਦੇ ਨੂੰ ਫੇਸ ਨਹੀਂ ਕਰ ਸਕਦੇ। ਤੁਹਾਡਾ ਤਾਂ ਕੰਮ ਹੈ ਬੰਦੇ ਨੂੰ ਥੱਲੇ ਲਾਣਾ ਹੀ ਨਾ, ਉਹਦੇ ਨਾਲ ਅਖਲਾਕ ਨਾ ਪੇਸ਼ ਆਉਣਾ, ਉਹਨੂੰ ਕਹਿਣਾ ਭਾਈ ਗੱਲ ਸੁਣ, ਅਸੀਂ ਕੋਈ ਤੇਰੀ ਗੁਸਤਾਖੀ ਨਹੀਂ ਕਰਦੇ, ਤੂੰ ਸਾਡੇ ਨਬੀ ਦੀ ਗੁਸਤਾਖੀ ਨਾ ਕਰੀ, ਤੂੰ ਮਾੜਾ ਲਫ਼ਜ਼ ਨਾ ਬੋਲੀ, ਅਸੀਂ ਤੇਰੇ ਨਾਲ ਇਹ ਗੱਲ ਕਰਨੀ ਹੈ, ਇਲਮੀ ਗੱਲ ਹੈ, ਉਹਨੂੰ ਅਸੀਂ ਕਰਕੇ ਸੁਣ ਕੇ ਰਿਕਾਰਡ ਕਰਕੇ ਅਪਲੋਡ ਕਰਾਂਗੇ ਤਾਂ ਕਿ ਕਿਸ ਦਾ ਭਲਾ ਹੋਵੇ। ਗਾਲਾਂ ਕੱਢਣੀਆਂ ਕਿਹੜੀ ਬਹਾਦਰੀ ਹੈ? ਇਹ ਮੈਂ ਆਪਣੀ ਬਰਾੜ ਤੇ ਬੈਠਾ, ਮੈਂ ਇੱਥੇ ਮਿਰਜ਼ਾ ਕਾਦੀਆਨੀ ਨੂੰ ਗਾਲਾਂ ਸ਼ੁਰੂ ਹੋ ਜਾ, ਮੇਰੀ ਜ਼ਬਾਨ ਨੂੰ ਤੁਸੀਂ ਰੋਕ ਲੈਣਾ? ਅੱਲਾਹ ਤੋਂ ਇਲਾਵਾ ਕੋਈ ਨਹੀਂ ਮੈਨੂੰ ਰੋਕ ਸਕਦਾ। ਇਹ ਕੋਈ ਬਹਾਦਰੀ ਨਹੀਂ ਹੈ ਕਿ ਮੈਂ ਗਾਲਾਂ ਸ਼ੁਰੂ ਹੋ ਜਾਂ ਤੇ ਆਖਾਂ ਤੁਹਾਡੇ ਖਲੀਫਾ ਦੀ ਐਸੀ ਤਾਸੀ ਹੈ, ਤੁਹਾਡੇ ਪੈਗੰਬਰ ਦੀ ਐਸੀ, ਕੀ ਫਾਇਦਾ ਹੋਏਗਾ ਉਹਦਾ? ਅਸੀਂ ਕਹਿੰਦੇ ਦਲੀਲ ਨਾਲ ਗੱਲ ਕਰੋ। ਤੁਹਾਨੂੰ ਸਬੂਤ ਦੇਣੇ ਆ ਕਿ ਤੁਹਾਡੇ ਵੱਡਿਆਂ ਕੋਲ ਵੀ ਦਲੀਲਾਂ ਨਹੀਂ ਸਨ, ਉੱਥੇ ਦਲੀਲਾਂ ਦੀ ਵਜ੍ਹਾ ਤੋਂ ਮਾਰ ਖਾ ਕੇ ਆਏ ਜੇ। ਕਾਦੀਆਂ 'ਚ ਵੀ ਇਹਨਾਂ ਨੂੰ ਦਲੀਲਾਂ ਦੀ ਵਜ੍ਹਾ ਤੋਂ ਝੂਠੇ ਪਏ ਨੇ, ਲੁਧਿਆਣੇ ਵੀ, ਦਿੱਲੀ ਵੀ, ਲਾਹੌਰ ਵੀ, ਇੱਥੇ ਆਏ ਨੇ, ਰਬਵੇ ਆਏ ਨੇ, ਇੱਥੇ ਵੀ ਅਸੈਂਬਲੀ 'ਚ ਗਏ ਨੇ, ਅਦਾਲਤ 'ਚ ਗਏ ਨੇ। ਦਲੀਲ ਹੀ ਹੈ ਨਹੀਂ ਮੇਰਾ ਵੀਰ, ਇਹਨਾਂ ਕੋਈ ਦਲੀਲ ਹੀ ਹੈ ਨਹੀਂ। ਹੁਣ ਤੁਹਾਨੂੰ ਸਬੂਤ ਟਿਕਟਾਕ ਦਾ ਇਹੋ ਹੀ ਪਤਾ ਦੇਣੇ ਨਾ ਕਿ 3 4 ਬੰਦੇ ਰਲੇ ਨੇ, ਇੱਕ ਬੰਦੇ ਨਾਲ ਗੱਲ ਨਹੀਂ ਕਰ ਸਕਦੇ। ਹੱਥ ਕੰਬਣ ਲੱਗੇ ਨੇ, ਚੁੱਕਾਂਗੇ ਨਾ ਚੁੱਕਾਂ, ਇਹਨੂੰ ਧਰਾਂ ਕਿ ਉਤਾਂ ਕਰਾਂਗੇ ਥੱਲੇ ਕਰਾਂ। ਅੱਲਾ ਦੇ ਨਾਂ ਦੀ ਤੁਸੀਂ ਸਿਆਣੇ ਹੋ ਜਾਓ। ਬੰਦੇ ਬੜੇ ਨੇ ਇਸਲਾਮ ਤੇ ਕਬੂਲ ਕਰਦੇ ਨੇ ਤੇਜ਼ੀ ਨਾਲ। ਇਹ ਮੁੰਡਾ ਕੱਲ ਪਰਸੋਂ ਮੈਨੂੰ ਮਿਲਿਆ, ਮੈਂ ਪਹਿਲੀ ਵਾਰੀ ਵੇਖਿਆ। ਉਹ ਨਿਸ਼ਾਨ ਮੈਨੂੰ ਨਹੀਂ ਪਤਾ, 7-8 ਸਾਲ ਹੋਏ ਨੇ ਮਾਸ਼ਾਅੱਲਾ, ਇਸਲਾਮ ਕਬੂਲ ਕਰ ਲਿਆ। ਉਹਨੇ ਕਿਹਾ ਜਾਓ, ਮੇਰਾ ਕੋਈ ਖਰਾਜ ਨਹੀਂ ਹੋਇਆ, ਕੋਈ ਮੈਂ ਇਹਨਾਂ ਦੇ ਨਾਂ ਦਿੰਦਾ ਨਹੀਂ, ਕੋਈ ਮੈਂ ਇਹਨਾਂ ਨਾਲ ਲੜ ਕੇ ਨਹੀਂ ਨਿਕਲਿਆ। ਤਾਂ ਕੀ ਕਰਕੇ ਨਿਕਲਿਆ? ਮੈਨੂੰ ਪਤਾ ਲੱਗ ਗਿਆ ਨਾ, ਫੁੱਦੂ ਆਇਆ ਸਾਨੂੰ, ਸਾਡੇ ਕੋਲ 200 ਯੂਰੋ ਦੀ ਪਰਚੀ ਬਣਵਾਉਂਦੇ ਨੇ ਤੇ ਸਾਨੂੰ ਦਿੰਦੇ ਕੁਫਰ ਨੇ। ਪਏ ਇਹ ਤੇ ਆਂਦੇ ਸਨ ਕਿ ਅਸੀਂ ਇਹਨਾਂ ਨੂੰ ਮੁਸਲਮਾਨ ਨੇ ਕਿਤਾਬਾਂ ਭਰੀਆਂ। ਭੱਟ ਸਾਹਿਬ ਕਿਹੜੀ ਬੇਸੁਲੀ ਕਰਕੇ ਜ਼ਿਆਰਸੂਲ ਭਜਿਆ? ਉਹ 3-4 ਬੰਦੇ ਇੱਕ ਬੰਦੇ ਨਾਲ ਗੱਲ ਕਰਨ, ਇਹਨੂੰ ਬੇਸੁਲੀ ਨਹੀਂ ਤੁਸੀਂ ਆਖਦੇ? ਉੱਤੇ ਆਓ ਜਰਾ, ਇਹਨੇ ਲੈਣਾ ਜਰਾ ਭੱਟ ਸਾਹਿਬ ਨੂੰ, ਮੁਹੰਮਦ ਅਲੀ ਭੱਟ ਨਾਂ ਦੀ ਆਈਡੀ ਜੀ। ਠੀਕ ਹੈ, ਭੱਟ ਸਾਹਿਬ ਨੂੰ ਲਵੋ ਉੱਤੇ ਆਓ। ਭੱਟ ਸਾਹਿਬ ਤੁਹਾਨੂੰ 1000 ਵਾਰੀ ਆਖਿਆ, ਤੁਸੀਂ ਚੰਗੇ ਬੰਦੇ ਹੋ, ਤੁਸੀਂ ਬਰਾੜ ਲਾ ਲਓ। ਇਹਨਾਂ 'ਚ ਹਿੰਮਤ ਹੈ ਬਰਾਬਰੀ ਸੱਤਾ ਤੇ ਗੱਲ ਕਰਨ? ਤੁਹਾਡੀ ਬਰਾੜ ਤੇ ਆ ਜਾਂਦੇ। ਉੱਥੇ ਰਜ਼ੀ ਦੀ ਬਰਾੜ ਲਾਈ ਏ YouTube ਚੈਨਲ ਤੇ, 3 ਬੰਦੇ ਬੈਠੇ ਨੇ, ਇੱਕ ਬੰਦੇ ਨਾਲ ਗੱਲ ਨਹੀਂ ਕਰਨ ਪਈ ਹੁੰਦੀ। ਉਹ ਮੈਨੂੰ ਚੁੱਕ ਲਿਆ ਜੇ, ਕਿੰਨੀ ਵਾਰੀ ਚੁੱਕਿਆ? ਉਹ ਨਹੀਂ ਆਂਦੇ, ਬਾਹਰ ਨਿਕਲ ਗਏ ਜੇ ਬਰਾੜ ਤੋਂ। ਜ਼ਾਹਿਰ ਨਿਕਲਣਾ ਹੀ ਸੀ। ਇਹਨਾਂ ਦੇ ਵੀ ਬੱਟ ਬਰਾਦਰੀ ਆ ਗਏ ਨੇ, ਇਹਨਾਂ ਨੂੰ ਚੁੱਕੋ, ਭੱਟ ਸਾਹਿਬ ਨੂੰ ਚੁੱਕੋ। ਉਹ ਨਹੀਂ, ਬਾਹਰ ਨਿਕਲ ਜਾਂਦੇ ਨੇ ਨਾ, ਕਾਲ ਪਾਈਏ ਆ ਤੇ। ਗਏ ਨੇ ਦੁਬਾਰਾ। ਕੋਈ ਕੁਰਸੀ ਰਹਿਣ ਦਿਓ ਕਿ ਵੈਲੀ ਦੇ ਬੱਟ ਨੂੰ ਤਲੇ ਲਾਓ। ਓਏ ਦੂਏ ਬੱਟ ਨੂੰ ਜਾਂ ਉੱਤੇ ਭਾਲਿਆ ਨੇ ਨਾ, ਬੱਟ ਕੋਨੇ ਵਿੱਚ ਤਲੇ, ਇਹਨੂੰ ਤਲੇ ਲਾਓ, ਤੁਹਾਨੂੰ ਬੱਟ ਨੂੰ ਚੁੱਕੋ। ਕੋਈ ਕੁਰਸੀ ਖਾਲੀ ਛੱਡੋਗੇ ਤੇ ਤਾਂ ਨਾ। ਮਤਲਬ ਇਮਰਾਨ ਖਾਨ ਲਾ ਚੁੱਕਾ, ਮਤਲਬ ਭੱਟ ਸਾਹਿਬ ਇੱਥੇ ਕੋਈ ਬੰਦਾ, ਭੱਟ ਸਾਹਿਬ ਇੱਥੇ ਕੋਈ ਬੰਦਾ ਤੁਹਾਨੂੰ ਗਾਲ ਨਹੀਂ ਕੱਢਣ ਲਗਾ। ਤੁਸੀਂ ਉੱਤੇ ਆਓ, ਤੁਹਾਨੂੰ ਗੱਲ ਦੱਸੀਏ ਜਿਹੜੀ ਮੈਂ ਖੱਪਣ ਲੱਗਿਆ। ਮੈਂ ਇਹ ਪਿਆ ਕਹਿਣਾ ਕਿ ਬਈ 3 ਬੰਦੇ ਨੇ ਤੁਹਾਡੇ ਧਿਆਨ ਵੀ ਮਹਾਨ, ਕਹਿਣਾ ਕਿ ਬਈ 3 ਬੰਦੇ ਨੇ ਤੁਹਾਡੇ ਧਿਆਨ ਵੀ ਮਹਾਨ ਮੁਰੱਬੀ ਨੇ 3ਵੇਂ। ਇਹ ਜਿਹੜੇ ਭੱਟ ਸਾਹਿਬ ਨੇ ਨਾ, ਜਿਹੜੇ ਉੱਥੇ ਗੱਲਾਂ ਕਰਨ ਲੱਗੇ ਸਨ ਨਾਲ ਰਜ਼ੀ ਦੇ, ਅਸਲ ਇਹ ਹੀ ਮਾਖਜ਼ ਨੇ ਇਹਨਾਂ ਸਾਰਿਆਂ ਦੇ ਅਲੂਮ ਦਾ। ਮੈਂ ਤੁਹਾਨੂੰ ਦੱਸਣਾ, ਮੈਂ ਜਾਣਦਾ ਇਹਨਾਂ ਨੂੰ। ਉਹਨਾਂ ਨੇ ਕਿਤਾਬਾਂ ਇਹਨਾਂ ਨੂੰ ਇਕੱਠੀਆਂ ਕਰਕੇ ਦਿੱਤੀਆਂ ਨੇ 6000। ਉਹ ਆ ਗਏ ਜੀ। ਉਹ ਮਾਖਜ਼ ਦੇ ਨੇ, ਉਹ ਉੱਥੇ ਮੌਜੂਦ ਨੇ। ਸਲੀਮ ਮੀਰ ਤੁਹਾਡਾ ਵੱਡਾ ਮਹਾਨ ਮੁਰੱਬੀ ਉੱਥੇ ਮੌਜੂਦ ਹੈ, ਰਜ਼ੀ ਉੱਥੇ ਮੌਜੂਦ ਹੈ। ਜ਼ਿਆਰ ਸੁਣ ਲਓ, ਕਿਉਂ ਪਾਣੀ ਪੀ ਲਓ, ਪਾਣੀ ਪੀ ਲਓ। ਅੰਬਰ ਨਜ਼ੀਰ ਭਾਈ ਪਾਣੀ ਪੀ ਲਓ, ਮੈਂ ਗਲਾ ਬਹਿ ਜਾਏਗਾ ਜੀ। ਨਹੀਂ ਮੈਂ ਕਿਉਂ ਪੇ ਕਲਪਦੇ ਹੋਇਆ? ਮੈਂ ਨਹੀਂ, ਮੈਂ ਚੰਗਾ ਭਲਾ ਮੌਕਾ ਪੇ ਦਿੰਦੇ ਹਨ ਜ਼ਿਆਰ ਰਸੂਲ ਭਾਈ ਨੂੰ। ਬਿਹਤਰੀਨ ਗੱਲ ਜਾ ਰਹੀ ਸੀ। ਉਹਨਾਂ ਕਿਹਾ ਜੀ ਅਸੂਲ ਇਹ ਵੇ ਕਿ ਜਦੋਂ ਇੱਕ ਬੋਲ ਰਿਹਾ ਦੂਜਾ ਨਾ ਬੋਲੇ। ਇਹ ਤੱਕੀ ਵਿੱਚ ਬੋਲਣ ਦੇ ਸਨ ਕਿ ਹੁਣ ਮੈਂ ਕਿਤੇ ਨੱਸ ਜਾਵਾਂ ਇੱਥੋਂ ਕਿਸੇ ਤਰੀਕੇ ਨਾਲ। ਭੱਟ ਸਾਹਿਬ ਮੇਰੀ ਗੱਲ ਸੁਣੋ। ਅੱਲਾ ਨੂੰ ਜਾਨ ਦੇਣੀ ਜੇ
ਮਾਨੋ ਮਾਨੀ ਆਖਿਓ, ਜੋ ਵੀ ਤੁਹਾਡੇ ਦਿਲ 'ਚ ਜਿਹਦਾ ਵੀ ਮਾਨ ਹੈ, ਜਿਹਨੂੰ ਵੀ ਖੁਦਾ ਮੰਨਦੇ ਹੋ। ਜ਼ਿਆ ਰਸੂਲ ਭਾਈ ਦੀ ਗੱਲ 'ਚ ਨਹੀਂ ਬੋਲਦਾ ਰਿਹਾ ਰਜ਼ੀਮ ਰੱਬੀ। ਜੀ ਆਵਾਜ਼ ਕੱਟ ਰਹੀ ਹੈ। ਆਵਾਜ਼ ਕੱਟ ਰਹੀ ਤੁਹਾਡੀ। ਜ਼ਿਆ ਭਾਈ ਨੇ ਉਹਨਾਂ ਨੂੰ ਬਾਰ-ਬਾਰ ਨਹੀਂ ਕਿਹਾ ਕਿ ਹੁਣ ਆਪਣੀ ਵਾਰੀ ਤੁਸੀਂ ਆਂਦੇ ਹੋ ਮੈਂ ਤੁਹਾਡੀ ਗੱਲ 'ਚ ਕਿਉਂ ਬੋਲਣਾ, ਤੇ ਹੁਣ ਤੁਸੀਂ ਮੇਰੀ ਗੱਲ 'ਚ ਕਿਉਂ ਪੇ ਬੋਲਦੇ? ਕਿਆ ਤਜਾਜ ਨਹੀਂ ਕਰਦਾ ਰਿਹਾ ਜ਼ਿਆ ਭਾਈ ਉੱਥੇ? ਤੇ ਉਦੋਂ ਚੁੱਪ ਕਰ ਜਾਂਦੇ ਰਹੇ ਨਾ। ਉਹ ਜਦੋਂ ਇਹਨਾਂ ਨੇ ਇਤਜਾਜ ਕੀਤਾ ਹੈ, ਉਹ ਵੀ ਉਹ ਆਂਦੇ ਸਨ ਕਿ ਤੁਸੀਂ ਅਸੂਲ ਦੇ ਖਿਲਾਫ ਚੱਲ ਰਹੇ ਹੋ, ਤਹਿਰੀਰ ਪੜ੍ਹਨੀ ਹੈ ਸਿਰਫ, ਇਹ ਸਵਾਲ ਨਹੀਂ ਕਰਨਾ, ਸਵਾਲ ਬਾਅਦ ਵਿੱਚ ਕਰਾਂਗੇ। ਬਟ ਪਲੀਜ਼ ਮੈਨੂੰ ਇਹ ਦੱਸੋ, ਫਤਵਾ ਦੋਵਾਂ ਦੇ ਬਰਾਬਰ ਦਾ ਲਾਓ ਨਾ ਭੱਟ ਸਾਹਿਬ, ਮੈਂ ਸਵਾਲ ਤਾਂ ਕੀਤਾ ਸੀ ਜਦੋਂ ਉਹਨਾਂ ਨੇ ਪਹਿਲੇ ਅਸੂਲ ਦੀ ਖਿਲਾਫਵਰਜ਼ੀ ਕੀਤੀ ਸੀ। ਤੈ ਇਹ ਹੋਇਆ ਸੀ ਕਿ ਉਹ ਮੈਂ ਪੜਾਂਗਾ, ਜਿਹੜੇ ਉਹਨਾਂ ਨੇ ਦਿੱਤਾ ਵਾ ਆਮਰ ਰਜ਼ਾ ਖਾਨ ਬਰੇਲਵੀ ਰਹਿਮਤੁल्लाह अलैह ਦਾ ਜਿਹੜਾ ਸਫਾ, ਮੈਂ ਉਹ ਪੜਾਂਗਾ, ਤੇ ਉਹਨਾਂ ਨੇ ਪੜਨਾ ਜਿਹੜਾ ਮੈਂ ਦਿਆਂਗਾ ਉਹ। ਉਹਨਾਂ ਨੇ ਬਾਅਦ ਚ ਹਦੀਸ ਸ਼ਰੀਫ ਪੜ੍ਹੀ ਸੀ ਉੱਥੇ, ਉਹਨਾਂ ਨੇ ਬਾਅਦ ਚ ਹਦੀਸ ਸ਼ਰੀਫ ਪੜ੍ਹੀ ਸੀ। ਉਦੋਂ ਤੁਸੀਂ ਮੇਰੇ ਖਿਆਲ ਉੱਤੇ ਹੀ ਨਹੀਂ ਸੋ ਪਤਾ ਨਹੀਂ ਚਲੇ ਗਏ ਸੀ, ਮੈਨੂੰ ਨਹੀਂ ਪਤਾ, ਲੇਕਿਨ ਆਵਾਜ਼ ਆ ਰਹੀ ਸੀ ਕਿ ਤੁਸੀਂ ਨਹੀਂ ਭੱਟ ਸਾਹਿਬ ਵਾਹ, ਮੈਂ ਕਿਹਾ ਮੰਨ ਗਿਆ, ਮੈਂ ਕਿਹਾ ਤੁਹਾਡੇ ਇਨਸਾਫ ਨੂੰ ਰੇਡੀਓ ਦੀ ਉਹਨਾਂ ਨੇ ਤਰ੍ਹਾਂ ਪੜ੍ਹੀ ਸੀ ਨਾ ਹਦੀਸ ਸ਼ਰੀਫ। ਜ਼ਿਆ ਰਸੂਲ ਭਾਈ ਮੈਂ ਸਿਰਫ ਭੱਟ ਸਾਹਿਬ ਤੁਸੀਂ ਦੇਖ ਨਹੀਂ ਹਦੀਸ ਸ਼ਰੀਫ ਪੜ੍ਹੀ ਸੀ ਉਹਨਾਂ ਨੇ ਵਿੱਚ, ਹਦੀਸ ਸ਼ਰੀਫ ਪੜ੍ਹੀ ਸੀ ਨਾ, ਬਿਲਕੁਲ ਤੇ ਉਹ ਤੈਅ ਸੀ ਵਿੱਚ। ਵੇਖੋ ਨਾ ਪੜਨਾ ਵੀ ਨਹੀਂ ਸੀ ਤੈਅ, ਉਹਨਾਂ ਨੇ ਅਗਰ ਪੜ੍ਹ ਦਿੱਤੀ ਤੇ ਤੁਸੀਂ ਵੀ ਬਾਅਦ ਐਸੀਆਂ ਗੱਲਾਂ ਕਰ ਬਸ ਫਿਰ ਇਸੇ ਤਰੀਕੇ ਹੀ ਇਹ ਵੀ ਨਹੀਂ ਸੀ ਤੈਅ ਕਿ ਜਿਹੜੀ ਪਹਿਲੇ ਗੱਲ ਹੋਈ ਉੱਤੇ ਸਵਾਲ ਨਹੀਂ ਕਰਨਾ, ਤੇ ਦੂਸਰਾ ਜਿਹੜਾ ਨਾ ਵਿੱਚ ਇੰਟਰਪਟ ਨਾ ਕਰੇ। ਤੁਸੀਂ ਇੰਟਰਪਟ ਕਰਦੇ ਰਹੇ ਹੋ ਤੇ ਉਹਨਾਂ ਨੇ ਆਖਰ ਤੁਹਾਨੂੰ ਲਾ ਦਿੱਤਾ। ਮੈਂ ਤਾਂ ਖੁਦ ਪਹਿਲੇ ਨਹੀਂ ਮੈਂ ਤਾਂ ਖੁਦ ਚਾਹਨਾ ਵਾਂ, ਔਰ ਬੜੀ ਅੱਛੀ ਗੱਲ ਹੈ। ਵੇਖੋ ਨਾ ਤੁਸੀਂ ਚੋਟੀ ਦੇ ਬੰਦੇ ਹੋ ਦੋਵੇਂ, ਤੁਹਾਡੀ ਉਹਨਾਂ ਨਾਲ ਗੱਲ ਹੋਵੇ ਜਿਹੜੇ ਉਹਨਾਂ ਦੇ ਚੋਟੀ ਦੇ ਬੰਦੇ ਇੱਥੇ ਟਿਕਟਾਕ ਤੇ ਨੇ, ਤੇ ਗੱਲ ਕਿਸੇ ਵੀ ਤਰੀਕੇ ਨਾਲ ਅਗਾ ਟੋਰੀ ਦੀ ਨਾ ਕਿ ਐਸਾ ਕੰਮ ਕਰੀਦਾ ਕਿ ਸਭ ਗੱਲ ਇਹ ਹੈਗੀ ਆ ਕਿ ਉਹ ਗੱਲ ਇਹ ਹੈਗੀ ਕਿ ਤੁਸੀਂ ਆਪਣਾ ਕੋਈ ਪਲੇਟਫਾਰਮ ਯੂਜ਼ ਕਰ ਲਓ, ਆਪਣੀ ਬਰਾਡ ਲਾ ਲਓ, ਆਪਣਾ ਚੈਨਲ ਬਣਾ ਲਓ, ਨਹੀਂ ਤੇ ਸਾਡੇ ਚੈਨਲ ਤੇ ਆ ਜਾਓ, ਅਸੀਂ ਤੁਹਾਨੂੰ ਇਖਤਿਆਰ ਦੇ ਦਿੰਨੇ ਆਪਣੇ ਚੈਨਲ ਦੇ, ਬੁਲਾ ਲਓ ਇਹਨਾਂ ਨੂੰ ਬਰਾਬਰ ਦੀ ਸਜ਼ਾ। ਬਰਾਡ ਬਣਾਣੀ ਪੈਣੀ ਤੁਹਾਡੀ ਗੱਲ ਆਮਰ ਨਜ਼ੀਰ ਸਾਹਿਬ ਦੀ ਤੇ ਤੁਹਾਡੀ ਮੈਂ ਗੱਲ ਜ਼ਰੂਰ ਕਰਾਂਗੀ। ਇਖਤਲਾਫਾਤ ਆਪਣੀ ਜਗ੍ਹਾ ਤੇ ਨੇ। ਇੱਕ ਬੰਦਾ ਜਿਹੜਾ ਕੰਮ ਸੇ ਕੰਮ ਪਰੇ ਵਾਲਾ ਬੰਦਾ ਨਾ, ਉਹ ਬੇਅਸੂਲੀ ਨਹੀਂ ਕਰਦਾ। ਉਹ ਹਾਂਜੀ ਕਮ ਸੇ ਕਮ ਇੰਨਾ ਤਾਂ ਸਾਨੂੰ ਤੁਹਾਡੇ ਤੇ ਭਰੋਸਾ ਹੈ ਨਾ ਕਿ ਤੁਸੀਂ ਮੈਨੇਜਮੈਂਟ ਦੇ ਬਾਰੇ ਕੋਈ ਬੇਅਸੂਲੀ ਨਹੀਂ ਕਰੋਗੇ। ਭਾਈ ਅਗਰ ਤੇ ਤੁਸੀਂ ਇੰਟਰਪਟ ਨਹੀਂ ਸੋ ਕਰ ਰਹੇ ਤੇ ਦੱਸੋ। ਜਿਹੜੀ ਉਹਨਾਂ ਨੇ ਗੱਲ ਹੁਣ ਕੀਤੀ ਸੀ, ਪਹਿਲੀਆਂ ਗੱਲਾਂ ਦੋ ਵੀ ਹੋ ਗਈਆਂ, ਉਹਨਾਂ ਹਦੀਸ ਪੜ੍ਹ ਲਈ, ਤੁਸੀਂ ਵੀ ਕੋਈ ਇੱਕ ਅੱਧਾ ਸਵਾਲ ਇਸ ਤਰ੍ਹਾਂ ਕਰ ਲਿਆ ਤੇ ਉਹਨਾਂ ਕਹੇ ਸਵਾਲ ਬਾਅਦ ਚ ਕਰਿਆ ਜੀ, ਤਹਿਰੀਰ ਤੋਂ ਪੜ੍ਹ ਲੈਂਦੇ ਹੋ, ਸਾਡੇ ਸਵਾਲ ਹੋ ਲੈਂਦੇ ਹੋ, ਫਿਰ ਤੁਸੀਂ ਕਰਿਆ ਜੀ। ਲੇਕਿਨ ਤੁਸੀਂ ਵਿੱਚ ਉਹਨਾਂ ਦੇ ਉਹ ਪੜ੍ਹ ਰਿਹਾ ਸੀ ਕੁਛ ਤੇ ਤੁਸੀਂ ਨਹੀਂ। ਭੱਟ ਸਾਹਿਬ ਵੇਖੋ, ਖੁਦਾ ਨੂੰ ਜਾਣ ਦੇਣੀ ਆ, ਪਹਿਲੇ ਉਹਨਾਂ ਨੇ ਬੇਅਸੂਲੀ ਕੀਤੀ, ਹਦੀਸ ਸ਼ਰੀਫ ਪੜ੍ਹੀ, ਤੇ ਜਦੋਂ ਮੈਂ ਸਵਾਲ ਕੀਤਾ ਮੈਨੂੰ ਉਹਨਾਂ ਨੇ ਵਿੱਚ ਉਸੇ ਟਾਈਮ ਰੋਕਿਆ, ਸਵਾਲ ਦੇ ਟਾਈਮ ਉਸੇ ਪਹਿਲੇ ਉਹਨਾਂ ਨੇ ਰੋਕਿਆ, ਮੈਂ ਤਾਂ ਪਹਿਲੇ ਕਦੇ ਰੋਕਿਆ ਨਹੀਂ। ਦੱਸੋ ਕਿ ਹੁਣ ਉਹ ਜਾਰੀ ਹੈ YouTube ਕੇ ਖਤਮ ਹੋ ਗਿਆ? ਨਹੀਂ ਜਾਓ ਵੇਖ ਲਓ, ਸ਼ਾਇਦ ਜਾਰੀ ਹੋਏਗਾ। ਮੈਂ ਉੱਥੇ ਇੰਨੀ ਦੇਰ ਬੈਠਾ ਕਿਸੇ ਨੂੰ ਤੇ ਮੈਂ ਤੁਹਾਨੂੰ ਦੁਬਾਰਾ ਲੈ ਕੇ ਜਾਣਾ। ਚਲੋ ਤੁਸੀਂ ਦੁਬਾਰਾ ਵੀ ਫਰਾਡ ਲਾ ਲਓ, ਬਰਾਬਰੀ ਦੀ ਸਜ਼ਾ ਤੇ ਨਾ ਉੱਥੇ ਤੇ ਵੇਖੋ ਨਾ, ਜਿਸ ਤਰ੍ਹਾਂ ਅੱਛੇ ਤਰੀਕੇ ਨਾਲ ਤੁਸੀਂ ਗੱਲ ਕਰਦੇ ਹੋ ਉਸ ਤਰ੍ਹਾਂ ਗੱਲ ਕਰਨੀ ਹੈ। ਕੋਈ ਮਤਲਬ ਐਸੀ ਗੱਲ ਕਰੋ ਨਾ ਜਿਹੜਾ ਬਹਾਨਾ ਬਣੇ ਕਿ ਲਓ ਜੀ ਉਹ ਦੌੜ ਗਏ, ਲਓ ਜੀ ਇਹ ਛੱਡ ਮੈਂ ਬਦਤਮੀਜ਼ੀ ਉੱਥੇ ਕੀਤੀ ਹੋਵੇ, ਕੋਈ ਗਾਲ ਗਲੋਚ ਕੱਢਿਆ ਤਾਂ ਦੱਸੋ। ਹਾਂਜੀ ਜ਼ਿਆ ਭਾਈ ਮੇਰੀ ਆਵਾਜ਼ ਨਹੀਂ ਆ ਰਹੀ? ਆ ਰਹੀ ਅਮਰ ਨਜ਼ੀਰ ਭਾਈ, ਯਾਰੀ ਅਮਰ ਬਟ ਸਰ ਮੈਂ ਇਹ ਪਿਆ ਕਹਿਣਾ ਕਿ ਜਿਹਦੀ ਬਰਾਡ ਹੁੰਦੀ ਹੈ, ਇੱਥੇ ਅਸੀਂ ਹੋਸਟ ਹੈ ਨਾ ਤੁਹਾਡੇ, ਸਾਡਾ ਕੰਮ ਹੈ ਕੰਟਰੋਲ ਰੱਖਣਾ ਕਿ ਤੁਸੀਂ ਗਾਲ ਨਾ ਕੱਢੋ। ਅਗਰ ਤੁਸੀਂ ਕੋਈ ਬਦਤਮੀਜ਼ੀ ਜਾਂ ਗਾਲ ਫਰਜ਼ ਕਰ ਲਓ ਜੀ, ਪਹਿਲ ਕਰੋ ਵੀ, ਸਾਡਾ ਕੰਮ ਹੈ ਤੁਹਾਨੂੰ ਕੰਟਰੋਲ ਕਰਨਾ, ਨਾ ਕਿ ਆਪ ਅਸੀਂ ਪਹਿਲ ਕਰੀਏ ਤੁਹਾਡੇ ਨਾਲ। ਹਾਂ ਨਹੀਂ, ਉਹਨਾਂ ਨੇ ਹਦੀਸ ਤੇ ਪੜ੍ਹੀ ਹੈ, ਇਹਦੇ 'ਚ ਤੇ ਕੋਈ ਸ਼ੱਕ ਨਹੀਂ, ਲੇਕਿਨ ਆਇਆ ਉਹ ਪਹਿਲਾਂ ਮਨਾ ਸੀ ਕਿ ਨਹੀਂ ਕੁਛ ਹੋਰ ਗੱਲ ਕਰਨੀ ਜਾਂ ਨਹੀਂ, ਇਹ ਹੁਣ ਮੈਨੂੰ ਨਹੀਂ ਪਤਾ ਇਸ ਗੱਲ ਦਾ ਕਿ ਉਸ ਤੋਂ ਪਹਿਲਾਂ ਤੁਹਾਡੀ ਕੀ ਗੱਲ ਹੋਈ ਹੈ। ਉਹਨਾਂ ਨੇ ਬਿਲਕੁਲ ਬੇਅਸੂਲੀ ਔਰ ਇੰਤਹਾਈ ਥੱਕੀ ਹੋਈ ਗੁਫ਼ਤਗੂ ਕੀਤੀ ਹੈ ਜ਼ਿਆ ਭਾਈ ਨਾਲ। ਕਿਉਂਕਿ ਮੈਂ ਇੱਥੇ ਹੀ ਤੁਹਾਡੇ ਐਸੇ ਗਰੁੱਪ ਦੇ ਵਿੱਚ ਹੀ ਸੁਣ ਰਿਹਾ ਸਾਂ, ਕਿਉਂਕਿ ਇੱਥੇ ਮੇਰੇ ਹਾਲੇ ਮੈਂ ਇਹਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਬ੍ਰਾਡਕਾਸਟ ਕਰ ਰਿਹਾ ਸੀ, ਮੇਰੇ ਹਾਲੇ ਜ਼ਿਆ ਭਾਈ ਕਰ ਰਹੇ ਸਨ ਤੇ ਮੈਂ ਕੁਝ ਕੰਮ ਕਰ ਰਿਹਾ ਸੀ। ਹੋਈ ਸੀ ਵੀ ਇੱਕ ਇੱਕ ਕਰਾਂਗੇ। ਪਹਿਲੇ ਵੇਖੋ ਬੇਅਸੂਲੀ ਉਹਨਾਂ ਨੇ ਕਿੰਨੀ ਜੀ ਇੱਕ ਤੇ ਚੀਜ਼ ਇਹ ਹੈ ਕਿ ਇੱਕ ਬੰਦੇ ਨਾਲ ਗੱਲ ਹੋਣੀ ਚਾਹੀਦੀ ਹੈ, ਤੇ ਬਿਲਕੁਲ ਦਰੁਸਤ ਹੈ, 1 to 1 ਹੋਣੀ ਚਾਹੀਦੀ ਹੈ। ਇੱਕ ਬੰਦਾ ਪਤਾ ਨਹੀਂ ਤੁਸੀਂ ਤੈਅ ਕੀਤੀ ਹੈ ਜਾਂ ਨਹੀਂ ਪਹਿਲਾਂ, ਹੁਣ ਮੈਂ ਕਿਉਂਕਿ ਸ਼ੁਰੂ ਤੋਂ ਨਹੀਂ ਰਿਲੇ ਹੋਈ ਨਾ ਗੱਲ। ਉਹ ਭਾਈ ਭੱਟ ਸਾਹਿਬ, ਉਹ ਜ਼ਿਆ ਭਾਈ ਥੱਲੇ ਟੈਕਸ ਮੈਚ, ਮੈਂ ਵੀ ਟੈਕਸ ਮੈਚ ਥੱਲੇ ਪੇ ਲਿਖਦਾ, ਉਹ ਥੱਲੇ ਸਾਨੂੰ ਸ਼ਰਤਾਂ ਪੇ ਬਣਾਉਂਦੇ ਸਨ, ਭਾਈ ਤੁਸੀਂ ਇਹ ਸਫਾ ਪੜੋਗੇ ਤਾਂ ਅਸੀਂ ਤੁਹਾਨੂੰ ਬਰਾੜ ਤੇ ਚੁੱਕਣਾ ਹੈ, ਤੁਸੀਂ ਇਹ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਦਾ ਸਫਾ ਪੜ੍ਹ ਕੇ ਸੁਣਾਓਗੇ, ਇੱਥੇ ਥੱਲੇ ਲਿਖੋ ਕਿ ਅਸੀਂ ਪੜਾਂਗੇ, ਇੱਥੇ ਥੱਲੇ ਫਲਾਣੀ ਗੱਲ ਲਿਖੋ। ਇਹ ਮਰਬੀ ਨੇ ਇਹਨਾਂ ਗੱਲ ਕਰਨੀ ਬਰਾਬਰੀ ਨਹੀਂ, ਉਹਦੇ ਚ ਉਹਨਾਂ ਦਾ ਪਿਛਲਾ ਤਜਰਬਾ ਬੋਲਦਾ ਨਾ। ਹੁਣ ਜਿਸ ਤਰ੍ਹਾਂ ਵੇਖੋ ਨਾ, ਅੱਜ ਤੇ ਕਈ ਸਾਡੇ ਜਿਹੜੇ ਬੰਦੇ ਨੇ ਉਹ ਇਹੋ ਤੁਹਾਡੇ ਤੇ ਇਲਜ਼ਾਮ ਲਾਉਣਗੇ ਜੀ ਉਹ ਜ਼ਿਆ ਸਾਹਿਬ ਨੇ ਇੰਟਰਪਟ ਕਰਦੇ ਰਹੇ ਨੇ ਤੇ ਉਹਨਾਂ ਨੇ ਫਿਰ ਲਾਣਾ ਹੀ ਸੀ। ਵੇਖ ਲਿਆ ਜਿਹਨੂੰ ਮਰਜ਼ੀ ਪੁੱਛ ਲਿਆ, ਤੇ ਪਿਛਲੇ ਤਜਰਬੇ ਦੀ ਬਿਨਾ ਤੇ ਉਹ ਨਹੀਂ ਸਾ ਚੁੱਕ ਰਹੇ ਕਿ ਇਹਨਾਂ ਨੇ ਫਿਰ ਇੰਜ ਹੀ ਕਰਨਾ ਜਾਂ ਕੋਈ ਬਦਤਮੀਜ਼ੀ ਕਰਨਗੇ ਵਾਟ ਐਵਰ।
ਲੇਕਿਨ ਇਹ ਹੈ ਕਿ ਜਦੋਂ ਤੁਹਾਡੀ ਗੱਲ ਚੱਲਦੀ ਹੈ ਪਈ, ਵੇਖੋ ਨਾ, ਉਹ ਤਹਿਰੀਰ ਪੜ੍ਹ ਲਈ, ਉਹਨਾਂ ਵੀ ਪੜ੍ਹ ਲਈ, ਜ਼ਿਆ ਭਾਈ ਨੇ ਵੀ ਪੜ੍ਹ ਲਈ, ਜਦੋਂ ਸਵਾਲ ਵੀ ਚੱਲ ਰਹੇ ਤੇ ਚੱਲਣ ਦਿਓ ਨਾ, ਉਹਨੂੰ ਹਕਮਤ ਨਾਲ ਚੱਲੋ ਨਾ। ਕੋਈ ਐਸਾ ਮੌਕਾ ਤੇ ਤੁਸੀਂ ਦਿੱਤਾ ਉਹਨਾਂ ਨੂੰ ਭੱਜਣ ਦਾ, ਇਹ ਕਹਿ ਲਓ ਜਾਂ ਉਹਨਾਂ ਤੋਂ। ਇਹ ਗੱਲ ਦਰੁਸਤ ਨਹੀਂ ਹੈ। ਤੁਹਾਡੇ ਸਾਹਮਣੇ ਸੁਬਾ ਐਮਜੀ ਬਰਾੜ ਲਾਂਦਾ, ਉਹ ਹੋਸਟ ਹੈ, ਉਹ ਪਹਿਲਾਂ ਕਹਿੰਦਾ ਵੀ ਮੇਰੀ ਗੱਲ ਸੁਣ ਲਓ, ਇੰਜ ਗੱਲ ਕਰਨੀ ਜੇ ਇਹ ਮੇਰਾ ਡੈਕੋਰਮ ਹੈ, ਇਹਦੇ ਤੋਂ ਮੈਂ ਸੱਜੇ ਖੱਬੇ ਨਹੀਂ ਹੋਣ ਦਿੰਦਾ। ਕਿੰਨਾ ਕੁ ਤੇ ਗਾਲੀ ਗਲੋਚ ਹੁੰਦਾ ਪਿਆ, ਅੱਜ ਹਫਤਾ 10 ਦਿਨ ਹੋ ਗਏ ਨੇ। ਜੀ ਜੀ, ਇੱਕ ਵਾਰੀ ਵੀ ਕਿਸੇ ਨਾਲ ਗਾਲਮ ਗਲੋਚ ਉਹਨਾਂ ਨੇ ਤੇ ਸਵਾਲ ਜਵਾਬ ਦਾ ਰੱਖਿਆ ਨਾ ਪੈਟਰਨ ਹੀ, ਉਹਨਾਂ ਨੇ ਗੁਫ਼ਤਗੂ ਦਾ ਨਹੀਂ ਰੱਖਿਆ ਹੋਇਆ। ਉਹ ਕਹਿੰਦੇ ਸਵਾਲ ਕਰੋ ਤੇ ਜਵਾਬ ਲਓ। ਜਿਹੜਾ ਵੀ ਤੁਸੀਂ ਡੈਕੋਰਮ ਬਣਾਉਣਾ ਚਾਹੋ, ਤੁਸੀਂ ਹੋਸਟ ਹੁੰਦੇ ਹੋ, ਤੁਸੀਂ ਆਉਣ ਵਾਲੇ ਬੰਦੇ ਨੂੰ ਤੁਸੀਂ ਕੰਟਰੋਲ ਕਰਨਾ ਹੁੰਦਾ ਕਿ ਉਹ ਕੋਈ ਜ਼ਿਆਦਤੀ ਵੀ ਨਾ ਕਰੇ, ਤੇ ਤੁਸੀਂ ਵੀ ਜਦੋਂ ਤੁਸੀਂ ਆਪ ਪਹਿਲ ਕਰੋਗੇ ਪਰ ਮੇਰੀ ਹੋਸਟ ਮੈਂ ਹੋਸਟ ਹਾਂ, ਮੇਰੀ ਬਰਾੜ ਤੇ ਮੈਂ ਤਾਂ ਨਜਾਇਜ਼ ਫਾਇਦਾ ਲਵਾਂ, ਫਿਰ ਉਹ ਗੱਲ ਹੋ ਸਕਦੀ। ਜੀ ਜੀ, ਬਹਰਹਾਲ ਆਮਰ ਭਾਈ ਤੁਸੀਂ ਟਾਪ ਦੇ ਬੰਦੇ ਹੋ ਦੋਵੇਂ, ਤੇ ਇੰਟਰਪਟ ਕੀਤਾ ਉਹਨਾਂ ਨੇ, ਤੇ ਜਿਹਦੇ ਵਜ੍ਹਾ ਨਾਲ ਗੱਲ ਜਿਹੜੀ ਨਾ ਰੁਕ ਗਈ। ਚੰਗੀ ਭਲੀ ਚੱਲਣੀ ਚਾਹੀਦੀ ਸੀ। ਹਜੇ ਜ਼ਿਆ ਭਾਈ ਦੇ ਸਵਾਲ ਆਣੇ ਸਨ ਉਸ ਤਹਿਰੀਰ ਦੇ ਉੱਤੇ, ਉਹ ਸਾਰੇ ਰਹਿ ਗਏ ਨਾ, ਕੀ ਫਾਇਦਾ ਹੋਇਆ ਇਸ ਗੱਲੇ ਕਿ ਅਸੀਂ ਥੱਲੇ, ਮੈਂ ਦੱਸਿਆ ਕਿ ਉਹ ਤਾਂ ਸਾਨੂੰ ਚੁੱਕਣ ਵਾਸਤੇ ਤਿਆਰ ਨਹੀਂ ਸਨ, ਸਾਨੂੰ ਦੋਵਾਂ ਨੂੰ ਵੇਖ ਕੇ ਨਾ ਪਰ ਚੁੱਕ ਲਿਆ ਸੀ ਨਾ, ਗੱਲ ਸ਼ੁਰੂ ਹੋ ਗਈ ਸੀ ਨਾ। ਚੰਗੀ ਭਲੀ ਤਹਿਰੀਰ ਉਹਨਾਂ ਵੀ ਪੜ੍ਹੀ, ਤੁਸੀਂ ਵੀ ਪੜ੍ਹੀ। ਸਾਹਿਬ ਤੁਸੀਂ ਇੱਥੇ ਸੁਣ ਰਹੇ ਸੀ, ਉਹ ਮੈਨੂੰ ਮਿੰਟ ਬਾਅਦ ਥੱਲੇ, ਮੈਂ ਥੱਲੇ ਬੈਠਾ ਹੋਇਆ ਸੀ, ਇੰਨੀ ਦੇਰ ਤੋਂ ਥੱਲੇ ਲਾ ਰਿਹਾ ਸੀ, ਇਹ ਉਹਨਾਂ ਕੀ ਮੈਨੂੰ ਉੱਤੇ ਚੁੱਕਦੇ ਸੀ ਜਿੰਨੀ ਕਿ ਮੇਰੀ ਆਵਾਜ਼ ਆਉਂਦੀ ਸੀ। ਠੀਕ ਹੈ ਠੀਕ ਹੈ, ਬਹਰਹਾਲ ਅਸੂਲ ਨਾਲ ਚੱਲੋ ਨਾ, ਤੇ ਕੋਈ ਨਹੀਂ ਤੁਹਾਨੂੰ ਲਾਉਂਦਾ ਇਨਸ਼ਾਅੱਲਾ। ਤੇ ਮੈਂ ਹੋ ਸਕਦਾ ਯਾਰ, ਮੈਂ ਨਾ ਇਹਦੇ ਚ ਬੰਦਾ ਵੇਖੋ ਨਾ, ਅਮਰ ਨਜ਼ੀਰ ਹਰੀ ਤੇ ਜ਼ਿਆਦਾ ਇਹਦੇ ਤੇ ਰਹਿੰਦੇ ਨੇ ਟਿਕਟਾਕ ਤੇ, ਮੈਂ ਤਾਂ ਨਹੀਂ ਪਿਆ ਸ਼ੁਰੂ ਕਰਦਾ, ਇਹ ਨਸ਼ਾ ਲੱਗ ਜਾਂਦਾ ਇਹਦਾ ਨਾ। ਅਗਰ ਮੈਂ ਬਰਾੜ ਸ਼ੁਰੂ ਕਰਾਂ ਤਾਂ ਫਿਰ ਟਾਈਮ ਬੜਾ ਦੇਣਾ ਪਏਗਾ, ਲੇਕਿਨ ਮੇਰਾ ਦਿਲ ਕਰਦਾ ਕਿ ਤੁਹਾਡੀ ਗੁਫ਼ਤਗੂ ਕਰਵਾਈ ਜਾਏ। ਜਿਹੜਾ ਤੁਸੀਂ ਆਂਦੇ ਉਹ ਸਾਡੇ ਸਾਹਮਣੇ ਨਹੀਂ ਆਉਂਦੇ ਜੀ, ਡਰਦੇ। ਕੋਈ ਨਹੀਂ, ਹਫਤੇ 'ਚ ਇੱਕ ਅੱਧੀ ਲਾ ਲਿਆ ਕਰੋ, ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਰੋਜ਼ ਲਾਓ, ਹਫਤੇ 'ਚ ਇੱਕ ਅੱਧੀ ਲਾ ਲਈ। ਤੁਹਾਡੀ ਮੈਂ ਗੱਲ ਕਰਾਂਗਾ, ਦੋਨਾਂ ਤਰਫੋਂ ਟਾਈਮ ਦੱਸ ਦਿੱਤਾ ਵੀ ਇਸ ਦਿਨ ਮੈਂ ਲਾਣੀ ਜੇ ਬਰਾੜ ਇੰਨੇ ਵਜੇ। ਠੀਕ ਹੈ, ਇਨਸ਼ਾਅੱਲਾ ਇਨਸਾਫ ਹੋਏਗਾ ਜੀ, ਬਿਲਕੁਲ ਇਨਸਾਫ ਨਾਲ ਗੱਲ ਹੋਏਗੀ। ਇਨਸਾਫ ਦਾ ਜਿਹੜਾ ਉਹ ਤਕਾਜ਼ਾ ਤੁਸੀਂ ਪੂਰਾ ਕਰ ਸਕਦੇ ਹੋ। 1 to 1 ਗੱਲ ਹੋਣੀ ਚਾਹੀਦੀ, ਬਰਾਬਰ ਟਾਈਮ ਹੋਣਾ ਚਾਹੀਦਾ। ਇਹ ਸਿਰਫ ਦੋ ਗੱਲਾਂ, 2-3 ਬੰਦੇ ਇੱਕ ਬੰਦੇ ਨਾਲ ਗੱਲ ਨਾ ਕਰਨ ਤੇ ਟਾਈਮ ਜ਼ਿਆਦਾ ਤੋਂ ਘੱਟ ਨਾ ਹੋਵੇ, ਇੱਕੋ ਜਿਹਾ ਟਾਈਮ ਹੋਵੇ, ਗੱਲ ਜਾਇਜ਼ ਨਾ ਕਰੀਏ, ਕੋਈ ਜਾਇਜ਼ ਆਵਾਜ਼ ਬ੍ਰੇਕ ਹੋਣ ਲੱਗੀ ਹੋਈ, ਮੇਰੇ ਨਾਲ ਬ੍ਰੇਕ ਹੋ ਗਿਆ। ਸਾਹਿਬ ਦੀ ਹੋ ਰਹੀ ਬਟ ਸਾਹਿਬ ਤੁਹਾਡੇ ਸਿਗਨਲ ਖਰਾਬ ਹੋ ਗਏ ਨੇ। ਸਿਰਫ ਇਹ ਜਿਹੜੀ ਗੱਲ ਮੈਂ ਕੀਤੀ ਹੈ ਨਾ ਕਿ ਬਈ ਇਨਸਾਫ ਤਕਾਜ਼ੇ ਪੂਰੇ ਬਰਾਬਰੀ ਦੀ ਸਤਹ ਤੇ ਗੱਲ ਹੋ ਜਾਏ, ਤੇ ਤੁਸੀਂ ਬਟ ਸਾਹਿਬ ਇਹ ਸਿਰਫ ਐਸੇ ਸ਼ਰਤ ਦੇ ਉੱਤੇ ਗਏ, ਜਾਓ ਉਹਨੂੰ ਗੱਲ ਕਰ ਲਓ। ਇੱਥੇ ਹੀ ਅਸੀਂ ਦੋਏ ਬੈਠੇ ਹਾਂ, ਉਹਨਾਂ ਨੂੰ ਆਖੋ ਵੀ ਇਹਨਾਂ ਬੰਦੇ ਨਾਲ ਮੈਂ ਤੁਹਾਡੀ ਗੱਲ ਕਰਾਣੀ ਹੈ, ਤੇ ਸਿਰਫ ਔਰ ਸਿਰਫ ਇੱਕੋ ਹੀ ਸ਼ਰਤ ਹੈ ਉਹਨਾਂ ਦੀ। ਟਿਕਟੌਕ ਤੇ ਵੀ ਹੈ ਜਾਂ YouTube ਤੇ? ਉਹ YouTube ਤੇ ਬੈਠੇ ਨੇ ਟਰੈਵਿਸ ਲਈ। YouTube ਤੇ ਤੁਸੀਂ ਲਿਖੋ, ਮੈਂ TikTok ਤਾਂ ਤੇ ਦੱਸਦਾ, YouTube ਤੇ ਜਾ ਕੇ ਲਿਖੋ, YouTube ਤੇ ਲਿਖੋ ਜਾ ਕੇ ਅਹਿਮਦੀ ਆਨਸਰਸ, ਤੇ ਇਹਦਾ ਚੈਨਲ ਆ ਜਾਏਗਾ ਰਜ਼ੀ ਦਾ, ਉੱਥੇ ਹੀ ਲਾਭ ਬੈਠੇ ਨੇ। ਅੱਛਾ ਰਜ਼ੀ ਦੇ ਚੈਨਲ ਤੇ ਨੇ, ਠੀਕ ਹੈ। ਚਲੋ ਮੈਂ ਵੇਖਣਾ ਜਾ ਕੇ, ਵਾਲਾ ਪੁੱਛਣਾ ਉਹਨੂੰ, ਠੀਕ ਹੈ। ਇਹ ਦੱਸਿਓ ਫਿਰ ਕਿ ਕਾਰਕਰਦਗੀ ਤੁਹਾਡੀ। ਮੇਰਾ ਤਾਂ ਖਿਆਲ ਹੈ ਤੁਹਾਡੇ ਸਾਹਮਣੇ ਨਹੀਂ ਉਹਨਾਂ ਨੇ ਆਖਣਾ ਬਈ ਨਾ ਬਰਾਬਰੀ ਦੀ ਸਤਹ ਤੇ ਅਸੀਂ ਗੱਲ ਨਹੀਂ ਕਰਨ ਜੋਗੇ ਇਹਨਾਂ ਨਾਲ। ਇਹ ਲਿਖ ਲਓ ਮੇਰੇ ਕੋਲ, ਐਡਵਾਂਸ ਪੇਸ਼ ਕਰ। ਨਹੀਂ ਕਰਨ ਵੇਖਣਾ, ਅਗਰ ਉਹਨਾਂ ਕੋਲ ਟਾਈਮ ਹੋਇਆ, ਕਿਉਂਕਿ ਪਤਾ ਨਹੀਂ ਕਦੋਂ ਦੀ ਉਹਨਾਂ ਨੇ ਲਾਈ ਹੈ, ਬੰਦ ਕਰਨ ਵਾਲੇ ਨਾ ਹੋਣ, ਲੇਕਿਨ ਮੈਂ ਪੁੱਛਣਾ ਇੱਕ ਦਫਾ ਜਾ ਕੇ। ਨਹੀਂ ਟਾਈਮ ਹੁਣ ਤੇ ਕਾਫੀ 4-5 ਘੰਟੇ ਉਹਨਾਂ ਨੂੰ ਹੋ ਗਏ ਨੇ। ਕੱਲ ਦਾ ਰੱਖ ਲੈਣ ਪ੍ਰੋਗਰਾਮ, ਕੱਲ ਇਤਵਾਰ ਹੈ। ਚਲੋ ਫਿਰ ਮੈਂ ਗੱਲ ਕਰਾਂਗਾ ਤੇ ਕੱਲ ਦਾ ਬਣਾਣੇ ਪ੍ਰੋਗਰਾਮ ਇਨਸ਼ਾਅੱਲਾ। ਇਹੋ ਟਾਈਮ ਸਹੀ ਹੈ ਨਾ ਜਿਹੜੇ ਟਾਈਮ ਤੇ ਅੱਜ ਲਾਈ। ਠੀਕ ਹੋ ਗਿਆ ਸੀ, ਇੰਤਜ਼ਾਰ ਠੀਕ ਹੈ, ਕਰੋ ਤੁਸੀਂ ਆਪਣੀ। ਸ਼ੁਕਰੀਆ। ਅੱਛਾ ਜੀ, ਇੰਤਜ਼ਾਰ ਕਰਨੇ ਤੁਹਾਡਾ ਜਨਾਬ। ਬਹੁਤ ਮਿਹਰਬਾਨੀ। ਇਹ ਗੱਲ ਹੁੰਦੀ ਹੈ, ਇਸ ਤਰ੍ਹਾਂ ਤਰੀਕੇ ਨਾਲ ਗੱਲ ਬੰਦਾ ਪੋਸਟ ਆਉਂਦਾ। ਠੀਕ ਹੈ, ਵਾਲੇਕੁਮ ਬੱਚਾ। ਪੋਸਟ ਦੇ ਕੰਟਰੋਲ ਹੁੰਦਾ ਹੈ, ਤੇ ਜਿਹੜਾ ਬੰਦਾ ਮਹਿਮਾਨ ਆਇਆ ਉਹਦੇ ਨਾਲ ਕਿੰਝ ਗੱਲ ਕਰਨੀ ਹੈ। ਜੇ ਤੁਸੀਂ ਆਪ ਹੀ ਉਹਦੇ ਨਾਲ ਮਿਸਬਿਹੇਵ ਕਰਨਾ ਸ਼ੁਰੂ ਕਰ ਦਿਓਗੇ ਤਾਂ ਕਿਹੜੀ ਬਹਾਦਰੀ ਹੈ? ਗਾਲਾਂ ਕੱਢਣੀਆਂ ਕਿਹੜੀ ਬਹਾਦਰੀ ਹੈ?